ਰਾਂਡਾ ਬਰਨ ਦੀ ਪੁਸਤਕ ਹੈ ਰਹੱਸ। ਪ੍ਰਸਤਾਵਨਾ। 1 ਸਾਲ ਪਹਿਲਾਂ ਮੇਰੀ ਜ਼ਿੰਦਗੀ ਬਿਖਰ ਗਈ ਸੀ। ਕੰਮ ਦੇ ਥਕੇਵੇਂ ਬਹੁਤ ਜ਼ਿਆਦਾ ਸਨ। ਮੇਰੇ ਪਿਤਾ ਜੀ ਅਚਨਚੇਤ ਕਾਲਵਾਸ ਹੋ ਗਏ ਸਨ ਤੇ ਸਹਿਕਰਮੀਆਂ ਤੇ ਸਨੇਹੀ ਲੋਕਾਂ ਨਾਲ ਮੇਰੇ ਸਬੰਧ ਕਾਫੀ ਨਿਰਾਸ਼ਾਪੂਰਨ ਸਨ। ਉਸ ਵੇਲੇ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੀ ਇਸ ਡੂੰਘੀ ਨਿਰਾਸ਼ਾ ਨਾਲ ਹੀ ਮੈਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਮਿਲੇਗਾ। ਮੈਨੂੰ ਅਚਨਚੇਤ ਇੱਕ ਮਹਾਨ ਰਹੱਸ, ਜੀਵਨ ਦੇ ਰਹੱਸ ਦੀ ਝਲਕ ਮਿਲੀ। ਇਹ ਝਲਕ 100 ਸਾਲ ਪੁਰਾਣੀ ਇੱਕ ਪੁਸਤਕ ਤੋਂ ਮਿਲੀ ਜਿਹੜੀ ਮੇਰੀ ਧੀ ਹੇਲੀ ਨੇ ਮੈਨੂੰ ਦਿੱਤੀ ਸੀ। ਇਸ ਤੋਂ ਬਾਅਦ ਮੈਂ ਇਸ ਰਹੱਸ ਨੂੰ ਇਤਿਹਾਸ ਵਿੱਚ ਲੱਭਿਆ। ਮੈਂ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਰਹੱਸ ਦਾ ਗਿਆਨ ਸੀ। ਉਹ ਇਤਿਹਾਸ ਦੇ ਮਹਾਨਤਮ ਵਿਅਕਤੀ ਸਨ। ਪਲੇਟੋ, ਸ਼ੇਕਸਪੀਅਰ, ਨਿਊਟਨ, ਹਿਊਗੋ, ਬੀਥੋਵਨ, ਲਿੰਕਨ, ਐਮਰਸਨ, ਐਡੀਸਨ, ਆਇਨਸਟਾਈਨ। ਹੈਰਾਨੀ ਨਾਲ ਮੈਂ ਆਪਣੇ ਆਪ ਨੂੰ ਪੁੱਛਿਆ, ਹਰ ਇਨਸਾਨ ਇਹ ਰਹੱਸ ਕਿਉਂ ਨਹੀਂ ਜਾਣਦਾ? ਇਸ ਰਹੱਸ ਨੂੰ ਦੁਨੀਆ ਦੇ ਹਰ ਇਨਸਾਨ ਤੱਕ ਪਹੁੰਚਾਉਣ ਦੀ ਇੱਛਾ ਮੇਰੇ ਅੰਦਰ ਅੱਗ ਵਾਂਗ ਮੱਚਣ ਲੱਗੀ। ਫਿਰ ਮੈਂ ਵਰਤਮਾਨ ਯੁੱਗ ਦੇ ਉਹਨਾਂ ਲੋਕਾਂ ਨੂੰ ਲੱਭਣ 'ਚ ਤਤਪਰ ਹੋਈ ਜਿਨ੍ਹਾਂ ਨੂੰ ਇਸ ਰਹੱਸ ਦਾ ਗਿਆਨ ਸੀ। ਉਹ ਇੱਕ ਕਰਕੇ ਪ੍ਰਗਟ ਹੋਣ ਲੱਗੇ। ਮੈਂ ਜਿਵੇਂ ਚੁੰਬਕ ਬਣ ਗਈ ਸੀ। ਮੇਰੀ ਖੋਜ ਆਰੰਭ ਹੁੰਦੇ ਹੀ ਮਾਹਿਰ ਇੱਕ ਤੋਂ ਬਾਅਦ ਇੱਕ ਮੇਰੇ ਵੱਲ ਖਿੱਚਦੇ ਚਲੇ ਆਏ। ਇੱਕ ਟੀਚਰ ਮਿਲਣ ਤੋਂ ਬਾਅਦ ਮੈਨੂੰ ਆਪਣੇ ਆਪ ਦੂਜੇ ਟੀਚਰ ਦੀ ਲੜੀ ਮਿਲਦੀ ਚਲੀ ਗਈ। ਜਿਵੇਂ ਇੱਕ ਉੱਤਮ ਜ਼ੰਜੀਰ 'ਚ ਹੁੰਦਾ ਹੈ, ਜੇਕਰ ਮੈਂ ਭਟਕ ਕੇ ਗਲਤ ਰਾਹ 'ਤੇ ਪੁੱਜ ਜਾਂਦੀ ਤਾਂ ਕੋਈ ਦੂਜੀ ਚੀਜ਼ ਮੇਰਾ ਧਿਆਨ ਖਿੱਚ ਲੈਂਦੀ ਸੀ ਤੇ ਅਗਲਾ ਮਹਾਨ ਟੀਚਰ ਪ੍ਰਗਟ ਹੋ ਜਾਂਦਾ ਸੀ। ਜੇਕਰ ਮੈਂ ਇੰਟਰਨੈਟ ਸਰਚ ਕਰਨ ਵੇਲੇ ਸੰਯੋਗਵਸ਼ ਗਲਤ ਲਿੰਕ ਦੱਬ ਦਿੰਦੀ ਤਾਂ ਉਹ ਲਿੰਕ ਮੈਨੂੰ ਕਿਸੇ ਮਹੱਤਵਪੂਰਨ ਜਾਣਕਾਰੀ ਵੱਲ ਲੈ ਜਾਂਦੀ ਸੀ। ਕੁਝ ਹੀ ਹਫ਼ਤਿਆਂ 'ਚ ਮੈਂ ਇਸ ਰਹੱਸ ਦੀ ਸਦੀਆਂ ਲੰਮੀ ਯਾਤਰਾ ਦਾ ਨਕਸ਼ਾ ਲੱਭ ਲਿਆ ਤੇ ਇਹਦੇ ਵਰਤਮਾਨ ਪ੍ਰਯੋਗਕਰਤਾਵਾਂ ਨੂੰ ਵੀ ਲੱਭ ਲਿਆ। ਫਿਲਮ ਰਾਹੀਂ ਇਸ ਰਹੱਸ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਸੁਪਨਾ ਮੇਰੇ ਦਿਮਾਗ 'ਚ ਬੈਠ ਗਿਆ। ਅਗਲੇ 2 ਮਹੀਨਿਆਂ ਤੱਕ ਮੇਰੀ ਫਿਲਮ ਤੇ ਟੈਲੀਵਿਜ਼ਨ ਪ੍ਰੋਡਕਸ਼ਨ ਟੀਮ ਨੇ ਇਹ ਰਹੱਸ ਸਿੱਖਿਆ। ਟੀਮ ਦੇ ਹਰ ਮੈਂਬਰ ਲਈ ਇਸ ਰਹੱਸ ਦਾ ਗਿਆਨ ਲਾਜ਼ਮੀ ਸੀ, ਕਿਉਂਕਿ ਅਸੀਂ ਜਿਹੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹ ਇਸ ਦੇ ਗਿਆਨ ਤੋਂ ਬਿਨਾਂ ਅਸੰਭਵ ਸੀ। ਉਸ ਸਮੇਂ ਤੱਕ ਇੱਕ ਵੀ ਟੀਚਰ ਨੇ ਇਸ ਫਿਲਮ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਸੀ, ਲੇਕਿਨ ਚਿੰਤਾ ਦੀ ਕੋਈ ਗੱਲ ਨਹੀਂ ਸੀ ਕਿਉਂਕਿ ਅਸੀਂ ਰਹੱਸ ਜਾਣਦੇ ਸੀ। ਪੂਰੇ ਵਿਸ਼ਵਾਸ ਨਾਲ ਮੈਂ ਆਸਟ੍ਰੇਲੀਆ ਤੋਂ ਅਮਰੀਕਾ ਪੁੱਜ ਗਈ ਕਿਉਂਕਿ ਜ਼ਿਆਦਾਤਰ ਟੀਚਰਸ ਉੱਥੇ ਹੀ ਰਹਿੰਦੇ ਸਨ। 7 ਹਫ਼ਤਿਆਂ ਬਾਅਦ ਦ ਸੀਕ੍ਰੇਟ ਦੀ ਟੀਮ ਨੇ ਅਮਰੀਕਾ ਦੇ 55 ਮਹਾਨਤਮ ਟੀਚਰਸ ਦੀ ਰਿਕਾਰਡਿੰਗ ਕਰ ਲਈ ਤੇ 120 ਘੰਟੇ ਲੰਮੀ ਫਿਲਮ ਤਿਆਰ ਕਰ ਲਈ। ਦ ਸੀਕ੍ਰੇਟ ਫਿਲਮ ਬਣਾਉਣ ਵੇਲੇ ਅਸੀਂ ਹਰ ਕਦਮ, ਹਰ ਸਾਹ ਨਾਲ ਰਹੱਸ ਦਾ ਇਸਤੇਮਾਲ ਕੀਤਾ। ਇੰਜ ਲੱਗ ਰਿਹਾ ਸੀ ਜਿਵੇਂ ਅਸੀਂ ਹਰ ਚੀਜ਼ ਤੇ ਹਰ ਵਿਅਕਤੀ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚ ਰਹੇ ਹਾਂ। ਆਖਰਕਾਰ 8 ਮਹੀਨਿਆਂ ਬਾਅਦ ਦ ਸੀਕ੍ਰੇਟ ਫਿਲਮ ਰਿਲੀਜ਼ ਹੋ ਗਈ। ਜਦੋਂ ਫਿਲਮ ਦੁਨੀਆ ਭਰ 'ਚ ਹਰਮਨ ਪਿਆਰੀ ਹੋਈ ਤਾਂ ਚਮਤਕਾਰ ਦੀ ਕਹਾਣੀਆਂ ਦਾ ਹੜ੍ਹ ਹੀ ਆ ਗਿਆ। ਲੋਕਾਂ ਨੇ ਸਾਨੂੰ ਦੱਸਿਆ ਕਿ ਰਹੱਸ ਦਾ ਪ੍ਰਯੋਗ ਕਰਨ ਤੋਂ ਬਾਅਦ ਉਹਨਾਂ ਦੇ ਸਦੀਵੀ ਦਰਦ, ਡਿਪਰੈਸ਼ਨ ਤੇ ਬਿਮਾਰੀਆਂ ਤੋਂ ਛੁਟਕਾਰਾ ਮਿਲ ਗਿਆ, ਜਾਂ ਐਕਸੀਡੈਂਟ ਤੋਂ ਬਾਅਦ ਉਹ ਪਹਿਲੀ ਵਾਰ ਚੱਲ ਪਾਏ, ਇੱਥੋਂ ਤੱਕ ਕਿ ਮ੍ਰਿਤੂ ਬੈੱਡ ਤੇ ਪਏ ਹੋਣ ਦੇ ਬਾਵਜੂਦ ਉਹ ਠੀਕ ਹੋ ਗਏ। ਸਾਨੂੰ ਹਜ਼ਾਰਾਂ ਹੀ ਪ੍ਰਸੰਗ ਦੱਸੇ ਗਏ ਕਿ ਸਾਡੀ ਫਿਲਮ ਵਿੱਚ ਦੱਸੇ ਗਏ ਰਹੱਸ ਦਾ ਪ੍ਰਯੋਗ ਕਰਕੇ ਲੋਕਾਂ ਨੂੰ ਕਿਵੇਂ ਬਹੁਤ ਵੱਡੀ ਰਕਮ ਤੇ ਡਾਕ ਤੋਂ ਅਚਨਚੇਤ ਚੈੱਕ ਪ੍ਰਾਪਤ ਕੀਤੇ। ਇਸ ਰਹੱਸ ਦਾ ਪ੍ਰਯੋਗ ਕਰਕੇ ਲੋਕਾਂ ਨੇ ਆਦਰਸ਼ ਮਕਾਨ, ਜੀਵਨ ਸਾਥੀ, ਕਾਰ, ਨੌਕਰੀਆਂ ਤੇ ਪ੍ਰਮੋਸ਼ਨ ਪਾਏ। ਰਹੱਸ ਨੂੰ ਲਾਗੂ ਕਰਨ ਦੇ ਚੰਦ ਦਿਨਾਂ ਅੰਦਰ ਕਈ ਕੰਪਨੀਆਂ ਦੀ ਕਾਇਆ ਕਲਪ ਹੋ ਗਈ। ਪਤੀ ਪਤਨੀ ਦੇ ਤਣਾਅਪੂਰਨ ਸਬੰਧਾਂ ਦੇ ਵਧੀਆ ਹੋਣ ਦੀ ਕਹਾਣੀਆਂ ਵੀ ਸਾਨੂੰ ਮਿਲੀਆਂ, ਜਿਸ ਨਾਲ ਬੱਚਿਆਂ ਨੂੰ ਦੁਬਾਰਾ ਸਦਭਾਵ ਦਾ ਮਾਹੌਲ ਮਿਲ ਸਕਿਆ। ਸਾਨੂੰ ਮਿਲਣ ਵਾਲੀ ਸਭ ਤੋਂ ਵਧੀਆ ਕਹਾਣੀਆਂ ਬੱਚਿਆਂ ਬਾਰੇ ਸਨ। ਸਾਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਬੱਚਿਆਂ ਨੇ ਰਹੱਸ ਦਾ ਇਸਤੇਮਾਲ ਕਰਕੇ ਆਪਣੀ ਮਨਚਾਹੀ ਚੀਜ਼ ਨੂੰ ਆਕਰਸ਼ਿਤ ਕਰ ਲਿਆ ਸੀ, ਜਿਨ੍ਹਾਂ 'ਚੋਂ ਚੰਗੇ ਗ੍ਰੈਡ ਤੇ ਦੋਸਤ ਸ਼ਾਮਲ ਸਨ। ਰਹੱਸ ਨੇ ਡਾਕਟਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਮਰੀਜ਼ਾਂ ਨਾਲ ਆਪਣਾ ਗਿਆਨ ਵੰਡਣ ਲੱਗੇ। ਇਸ ਨਾਲ ਯੂਨੀਵਰਸਿਟੀਆਂ ਤੇ ਸਕੂਲਾਂ ਨੂੰ ਆਪਣੇ ਵਿਦਿਆਰਥੀਆਂ ਨਾਲ, ਹੈਲਥ ਕਲੱਬਸ ਨੂੰ ਆਪਣੇ ਗਾਹਕਾਂ ਨਾਲ, ਸਾਰੇ ਚਰਚਾਂ ਤੇ ਅਧਿਆਤਮਕ ਕੇਂਦਰਾਂ ਨੂੰ ਆਪਣੇ ਮੈਂਬਰਾਂ ਨਾਲ ਆਪਣਾ ਗਿਆਨ ਵੰਡਣ ਲਈ ਪ੍ਰੇਰਿਤ ਕੀਤਾ। ਦੁਨੀਆ ਭਰ ਦੇ ਘਰਾਂ 'ਚ
ਸੀਕ੍ਰੇਟ ਪਾਰਟੀਆਂ ਆਯੋਜਿਤ ਕੀਤੀਆਂ ਗਈਆਂ ਜਿੱਥੇ ਲੋਕਾਂ ਨੇ ਆਪਣੇ ਸਨੇਹੀਆਂ ਤੇ ਪਰਿਵਾਰਾਂ ਨੂੰ ਇਹ ਰਹੱਸ ਸਿਖਾਇਆ। ਲੋਕਾਂ ਨੇ ਇਸ ਰਹੱਸ ਦੇ ਪ੍ਰਯੋਗ ਨਾਲ ਹਰ ਤਰ੍ਹਾਂ ਦੀ ਚੀਜ਼ ਨੂੰ ਆਕਰਸ਼ਿਤ ਕੀਤਾ, ਜਿਨ੍ਹਾਂ 'ਚ ਇੱਕ ਖਾਸ ਖੰਭ ਤੋਂ ਲੈ ਕੇ $1 ਕਰੋੜ ਤੱਕ ਦੀ ਰਕਮ ਸ਼ਾਮਲ ਹੈ। ਇਹ ਸਾਰਾ ਕੁਝ ਫਿਲਮ ਦੇ ਰਿਲੀਜ਼ ਹੋਣ ਦੇ ਚੰਦ ਮਹੀਨਿਆਂ ਦੇ ਅੰਦਰ ਹੀ ਹੋ ਗਿਆ। ਦ ਸੀਕ੍ਰੇਟ ਬਣਾਉਣ ਪਿੱਛੇ ਮੇਰਾ ਇਰਾਦਾ ਦੁਨੀਆ ਭਰ ਦੇ ਖਰਬਾਂ ਲੋਕਾਂ ਨੂੰ ਸੁਖੀ ਬਣਾਉਣਾ ਸੀ ਤੇ ਹੈ। ਸਾਡੀ ਟੀਮ ਹਰ ਦਿਨ ਇਸ ਇਰਾਦੇ ਨੂੰ ਸਾਕਾਰ ਹੁੰਦੇ ਦੇਖ ਰਹੀ ਹੈ। ਸਾਨੂੰ ਸਾਰੀ ਦੁਨੀਆ ਦੇ ਹਰ ਉਮਰ, ਜਾਤ ਤੇ ਦੇਸ਼ ਦੇ ਹਜ਼ਾਰਾਂ ਲੋਕਾਂ ਦੀਆਂ ਚਿੱਠੀਆਂ ਮਿਲਦੀਆਂ ਹਨ, ਜਿਨ੍ਹਾਂ 'ਚ ਉਹ ਰਹੱਸ ਦੇ ਪ੍ਰਤੀ ਆਪਣੀ ਕ੍ਰਿਤੱਗਤਾ ਵਿਅਕਤ ਕਰਦੇ ਹਨ। ਇਸ ਗਿਆਨ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ। ਇਹੋ ਜਿਹੀ ਇੱਕ ਵੀ ਚੀਜ਼ ਨਹੀਂ ਹੈ ਜਿਹੜੀ ਤੁਸੀਂ ਨਹੀਂ ਕਰ ਸਕਦੇ। ਇੱਕ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ, ਤੁਸੀਂ ਕਿੱਥੇ ਰਹਿੰਦੇ ਹੋ। ਦ ਸੀਕ੍ਰੇਟ ਵਿੱਚ ਦੱਸਿਆ ਗਿਆ ਰਹੱਸ ਤੁਹਾਨੂੰ ਹਰ ਉਹ ਚੀਜ਼ ਦੇ ਸਕਦਾ ਜਿਹੜੀ ਤੁਸੀਂ ਚਾਹੁੰਦੇ ਹੋ। ਇਸ ਪੁਸਤਕ ਵਿੱਚ 24 ਅਦਭੁਤ ਟੀਚਰਸ ਨੂੰ ਫੀਚਰ ਕੀਤਾ ਗਿਆ ਤੇ ਉਹਨਾਂ ਦੇ ਸ਼ਬਦ ਵੱਖ-ਵੱਖ ਸਮੇਂ ਅਮਰੀਕਾ ਦੇ ਵੱਖ-ਵੱਖ ਹਿੱਸਿਆਂ 'ਚ ਫਿਲਮਾਏ ਗਏ ਹਨ, ਲੇਕਿਨ ਉਹ ਸਾਰੇ ਇੱਕ ਹੀ ਸੁਰ 'ਚ ਬੋਲਦੇ ਹਨ। ਇਸ ਪੁਸਤਕ 'ਚ ਰਹੱਸ ਦੇ ਟੀਚਰਸ ਦੇ ਸੰਦੇਸ਼ ਦੇ ਇਲਾਵਾ ਰਹੱਸ ਦੇ ਪ੍ਰਯੋਗ ਦੀ ਚਮਤਕਾਰੀ ਕਹਾਣੀਆਂ ਵੀ ਦਿੱਤੀਆਂ ਹਨ। ਇਸ ਵਿੱਚ ਮੈਂ ਆਪਣੇ ਵੱਲੋਂ ਸਿੱਖੇ ਸਾਰੇ ਸੌਖੇ ਰਾਹ, ਟਿਪਸ ਤੇ ਸ਼ਾਰਟਕਟਸ ਦੱਸੇ ਹਨ ਤਾਂ ਕਿ ਤੁਸੀਂ ਆਪਣੇ ਸੁਪਨਿਆਂ ਮੁਤਾਬਕ ਜੀਵਨ ਜੀ ਸਕੋ। ਸਾਰੀ ਪੁਸਤਕ 'ਚ ਮੈਂ ਕਈ ਜਗ੍ਹਾ ਤੇ ਤੁਸੀਂ ਸ਼ਬਦ ਨੂੰ ਬੋਲਡ ਕੀਤਾ ਹੈ। ਇੰਜ ਇਸ ਲਈ ਕਿਉਂਕਿ ਮੈਂ ਤੁਹਾਨੂੰ ਇਹ ਮਹਿਸੂਸ ਕਰਾਉਣਾ ਚਾਹੁੰਦੀ ਸੀ ਕਿ ਮੈਂ ਇਹ ਪੁਸਤਕ ਤੁਹਾਡੇ ਲਈ ਹੀ ਲਿਖੀ ਹੈ। ਤੁਸੀਂ ਸ਼ਬਦ ਬੋਲਡ ਹੋਣ ਦਾ ਮਤਲਬ ਇਹ ਹੈ ਕਿ ਤੁਹਾਡੇ ਨਾਲ ਵਿਅਕਤੀਗਤ ਤੌਰ ਨਾਲ ਬੋਲ ਰਹੀ ਹਾਂ। ਮੇਰਾ ਇਰਾਦਾ ਇਹ ਹੈ ਕਿ ਤੁਸੀਂ ਇਹਨਾਂ ਪੰਨਿਆਂ ਨਾਲ ਵਿਅਕਤੀਗਤ ਜੁੜਾਅ ਮਹਿਸੂਸ ਕਰੋ, ਕਿਉਂਕਿ ਇਹ ਰਹੱਸ ਤੁਹਾਡੇ ਲਈ ਹੀ ਪ੍ਰਗਟ ਕੀਤਾ ਗਿਆ ਹੈ। ਇਹਨਾਂ ਪੰਨਿਆਂ ਨੂੰ ਪੜ੍ਹਨ ਤੇ ਰਹੱਸ ਨੂੰ ਸਿਖਾਉਣ ਤੋਂ ਬਾਅਦ ਤੁਸੀਂ ਇਹ ਜਾਣ ਜਾਓਗੇ ਕਿ ਤੁਸੀਂ ਆਪਣੀ ਮਨਚਾਹੀ ਚੀਜ਼ ਕਿਵੇਂ ਕਰ ਸਕਦੇ ਹੋ, ਬਣ ਸਕਦੇ ਹੋ ਜਾਂ ਪਾ ਸਕਦੇ ਹੋ। ਤੁਸੀਂ ਜਾਣ ਜਾਓਗੇ ਤੁਸੀਂ ਸੱਚਮੁੱਚ ਕੌਣ ਹੋ। ਤੁਸੀਂ ਉਸ ਸੱਚੀ ਮਹਿਮਾ ਨੂੰ ਜਾਣ ਜਾਓਗੇ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਧੰਨਵਾਦ। ਅਗਲਾ ਹੈ ਆਭਾਰ। ਦਿਲੋਂ ਸ਼ੁਕਰਗੁਜ਼ਾਰੀ ਨਾਲ ਮੈਂ ਹਰ ਉਸ ਵਿਅਕਤੀ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ ਜਿਹੜਾ ਮੇਰੀ ਜ਼ਿੰਦਗੀ 'ਚ ਆਇਆ ਤੇ ਜਿਹਨੇ ਆਪਣੀ ਹੋਂਦ ਨਾਲ ਮੈਨੂੰ ਪ੍ਰੇਰਿਤ, ਉਤਸ਼ਾਹਿਤ ਤੇ ਊਰਜਾਵਾਨ ਬਣਾਇਆ। ਮੈਂ ਉਹਨਾਂ ਲੋਕਾਂ ਪ੍ਰਤੀ ਵੀ ਆਪਣੀ ਕ੍ਰਿਤੱਗਤਾ ਵਿਅਕਤ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਮੇਰੀ ਯਾਤਰਾ ਤੇ ਇਸ ਪੁਸਤਕ ਨੂੰ ਸਫਲ ਬਣਾਉਣ 'ਚ ਆਪਣਾ ਪ੍ਰਬਲ ਸਮਰਥਨ ਤੇ ਯੋਗਦਾਨ ਦਿੱਤਾ। ਆਪਣੇ ਗਿਆਨ, ਪ੍ਰੇਮ ਤੇ ਦੈਵੀ ਸੰਦੇਸ਼ ਨੂੰ ਉਦਾਰਤਾ ਨਾਲ ਦੱਸਣ ਲਈ ਮੈਂ ਦ ਸੀਕ੍ਰੇਟ ਦੇ ਫੀਚਰਡ ਸਹਿ ਲੇਖਕਾਂ ਦੀ ਆਭਾਰੀ ਹਾਂ। ਜੌਨ ਆਸਾਰਫ, ਮਾਈਕਲ ਬਰਨਾਰਡ ਬੈਕਵਿਥ, ਲੀ ਬਰੂਅਰ, ਜੈਕ ਕੈਨਫੀਲਡ, ਡਾਕਟਰ ਜੌਨ ਡਿਮਾਰਟਿਨੀ, ਮੈਰੀ ਡਾਇਮੰਡ, ਮਾਈਕ ਡੂਲੀ, ਬੌਬ ਡਾਇਲ, ਹੇਲ ਡਰਵੋਸਕਿਨ, ਮਾਰਿਸ ਗੁਡਮੈਨ, ਡਾਕਟਰ ਜੌਨ ਗ੍ਰੇ, ਡਾਕਟਰ ਜੌਨ ਹੇਜ਼ਲਿਨ, ਬਿਲ ਹੈਰਿਸ, ਡਾਕਟਰ ਬੈਨ ਜੌਨਸਨ, ਲੌਰਲ ਲੈਂਜ਼ਮੀਅਰ, ਲੀਸਾ ਨਿਕੋਲਸ, ਬੌਬ ਪ੍ਰੈਕਟਰ, ਜੇਮਸ ਰੇ, ਡੇਵਿਡ ਸਕਰਮਰ, ਮਾਰਸੀ ਸ਼ਿਮਾਫ, ਡਾਕਟਰ ਜੋ ਵਿਟਾਲ, ਡਾਕਟਰ ਡੈਨਿਸ ਵੈਟਲੀ, ਨੀਲ ਡੋਨਾਲਡ ਵੈਲਚ ਤੇ ਡਾਕਟਰ ਫਰੇਡ ਏਲਨ ਵੁਲਫ। ਮੈਂ ਦ ਸੀਕ੍ਰੇਟ ਦੀ ਪ੍ਰੋਡਕਸ਼ਨ ਟੀਮ ਦੇ ਕੁਝ ਬਹੁਤ ਸ਼ਾਨਦਾਰ ਲੋਕਾਂ ਦੀ ਵੀ ਧੰਨਵਾਦੀ ਹਾਂ। ਪੌਲ ਹੈਰਿੰਗਟਨ, ਗਲੈਂਡਾ ਬੇਲ, ਸਕਾਈ ਬਰਨ ਤੇ ਨਿਕ ਜਾਰਜ, ਨਾਲ ਹੀ ਡੂ ਹੈਰੀਅਟ, ਡੇਨੀਅਲ ਕੇਰ, ਡੇਮੀਅਨ ਕੋਰਬਾਏ ਤੇ ਉਹਨਾਂ ਸਾਰਿਆਂ ਦੀ ਵੀ ਜਿਹੜੇ ਦ ਸੀਕ੍ਰੇਟ ਫਿਲਮ ਬਣਾਉਣ ਦੀ ਯਾਤਰਾ 'ਚ ਸਾਡੇ ਨਾਲ ਰਹੇ। ਗੋਜਰ ਮੀਡੀਆ ਨੂੰ ਧੰਨਵਾਦ ਜਿਨ੍ਹਾਂ ਨੇ ਬਿਹਤਰੀਨ ਗ੍ਰਾਫਿਕਸ ਬਣਾਏ ਤੇ ਉਹਨਾਂ 'ਚ ਰਹੱਸ ਦੀ ਭਾਵਨਾ ਵੀ ਭਰੀ। ਜੇਮਸ ਆਰਮਸਟਰੋਂਗ, ਸ਼ੇਮਸ ਹੋਰ ਤੇ ਐਂਡੀਲਿਊਸ ਨੂੰ ਧੰਨਵਾਦ। ਦ ਸੀਕ੍ਰੇਟ ਦਾ CEO ਬੌਬ ਰੇਨਾਨ ਨੂੰ ਜਿਨ੍ਹਾਂ ਨੂੰ ਰੱਬ ਨੇ ਸਾਡੇ ਕੋਲ ਭੇਜਿਆ ਸੀ। ਮਾਈਕਲ ਗਾਰਡੀਨਰ ਤੇ ਆਸਟ੍ਰੇਲੀਆ ਤੇ ਅਮਰੀਕਾ ਦੀ ਕਾਨੂੰਨੀ ਤੇ ਸਲਾਹਕਾਰੀ ਟੀਮ ਨੂੰ, ਦ ਸੀਕ੍ਰੇਟ ਵੈਬਸਾਈਟ ਟੀਮ ਨੂੰ, ਡੈਨ ਹੌਲਿੰਗਸ, ਜੌਨ ਹੈਵਰਨ ਤੇ ਪਾਵਰਫੁਲ ਇੰਟੇਸ਼ਨਸ ਨੂੰ ਜਿਹੜੀ ਦ ਸੀਕ੍ਰੇਟ ਫੋਰਮ ਦਾ ਪ੍ਰਬੰਧ ਵੇਖਦੇ ਤੇ ਉਹਨੂੰ ਚਲਾਉਂਦੇ ਹਨ, ਨਾਲ ਹੀ ਫੋਰਮ ਤੇ ਮੌਜੂਦ ਸਾਰੇ ਅਦਭੁਤ ਵਿਅਕਤੀਆਂ ਨੂੰ, ਅਤੀਤ ਦੇ ਉਹਨਾਂ ਮਹਾਨ ਅਵਤਾਰਾਂ ਤੇ ਉਪਦੇਸ਼ਕਾਂ ਨੂੰ ਜਿਨ੍ਹਾਂ ਦੀ ਲੇਖਣੀ ਨੇ ਮੇਰੇ ਅੰਦਰ ਇੱਛਾ ਦੀ ਭੱਖ ਦੀ ਮਿਸਾਲ ਬਾਲੀ। ਮੈਂ ਉਹਨਾਂ ਦੀ ਮਹਾਨਤਾ ਦੀ ਓਟ 'ਚ ਚੱਲੀ ਹਾਂ ਤੇ ਉਹਨਾਂ 'ਚੋਂ ਹਰੇਕ ਦਾ ਸਨਮਾਨ ਕਰਦੀ ਹਾਂ।
ਰੋਬਰਟ ਕਾਲੀਅਰ ਤੇ ਰੋਬਰਟ ਕਾਲੀਅਰ ਪਬਲੀਕੇਸ਼ਨਸ, ਵਾਇਲਸ ਵੈਟਲਸ, ਚਾਰਲਸ ਹੌਨੇਲ, ਜੋਸਫ ਕੈਂਪਬੇਲ, ਦ ਜੋਸਫ ਕੈਂਪਬੇਲ ਫਾਊਂਡੇਸ਼ਨ, ਪ੍ਰਿੰਟਿਸ ਮਲਫੋਰਡ, ਜੇਨੇਵੀਵ ਬਹਿਰੇਨ ਤੇ ਚਾਰਲਸ ਫਿਲਮੋਰ ਨੂੰ ਉਚੇਚਾ ਧੰਨਵਾਦ। ਏਟਰੀਆ ਬੁੱਕਸ, ਬਿਯੋਂਡ ਵਰਡਸ ਤੇ ਰਿਚਰਡ ਕੋਨ ਦੇ ਸਿੰਥੀਆ ਬਲੈਕ ਤੇ ਸਾਈਮਨ ਐਂਡ ਸ਼ੂਸਟਰ ਦੀ ਜੂਠਿਤ ਕਰਨ ਨੂੰ ਧੰਨਵਾਦ, ਜਿਨ੍ਹਾਂ ਦੇ ਦਿਲ ਖੋਲ ਕੇ ਦ ਸੀਕ੍ਰੇਟ ਨੂੰ ਗਲੇ ਲਾਇਆ। ਸੰਪਾਦਨਾ ਲਈ ਹੈਨਰੀ ਕੋਵੀ ਤੇ ਜੂਨੀ ਸਟੀਗਰਵਾਲਟ ਨੂੰ ਧੰਨਵਾਦ। ਆਪਣੀਆਂ ਕਹਾਣੀਆਂ ਨੂੰ ਉਦਾਰਤਾ ਨਾਲ ਦੱਸਣ ਲਈ ਮੈਂ ਉਹਨਾਂ ਦੀ ਆਭਾਰੀ ਹਾਂ। ਕੈਥੀ ਗੁੱਡਮੈਨ, ਸੂਜ਼ਨ ਸਲੋਟ ਤੇ ਕੋਲਿਨ ਹੈਲਮ। ਬੈਲਿਜ ਨੈਚੁਰਲ ਐਨਰਜੀ ਦੇ ਡਾਇਰੈਕਟਰ ਸੂਜ਼ਨ ਮੋਰਿਸ ਤੇ ਜੀਨੀ ਮੈਕੇ ਤੇ ਜੋ ਸ਼ੂਗਰਮੈਨ। ਉਹਨਾਂ ਦੇ ਪ੍ਰੇਰਕ ਉਪਦੇਸ਼ ਲਈ ਡਾਕਟਰ ਰੋਬਰਟ ਐਂਥਨੀ, ਜੇਰੀ ਤੇ ਅਸਥਰ ਹਿਕਸ, ਇਬਰਾਹਿਮ ਡੇਵਿਡ ਕੈਮਰਨ, ਗਾਇੰਟੀ ਜੌਨ ਹੈਰੀਚਨ, ਕੈਥਰੀਨ ਪੌਂਡਰ ਗੇ ਤੇ ਕੇਂਟੀ ਹੈਂਡਰਿਕ, ਸਟੀਫਨ ਐਮਆਰ ਕਵੀ, ਇੱਕ ਹਾਰਟ ਟਾਲ ਤੇ ਡੇਬੀ ਫੋਰਡ ਨੂੰ ਉਚੇਚਾ ਧੰਨਵਾਦ। ਉਹਨਾਂ ਦੇ ਉਦਾਰ ਸਮਰਥਨ ਲਈ ਟਰਾਂਸਫੋਰਮੇਸ਼ਨਲ ਲੀਡਰਸ ਕਾਉਂਸਲ ਦੀ ਮੈਂਬਰ ਕ੍ਰਿਸ ਤੇ ਜੈਨੇਟ ਏਟਵੁੱਡ, ਮਾਰਸੀਆ ਮਾਰਟਨ, ਦ ਸਪਿਰਿਚੁਅਲ ਸਿਨੇਮਾ ਸਰਕਲ, ਅਗੇਪ ਸਪਿਰਿਚੁਅਲ ਸੈਂਟਰ ਤੇ ਸਟਾਫ ਤੇ ਦ ਸੀਕ੍ਰੇਟ ਵਿੱਚ ਫੀਚਰ ਸਾਰੇ ਉਪਦੇਸ਼ਕਾਂ ਤੇ ਸਹਿਯੋਗੀਆਂ ਤੇ ਸਟਾਫ ਨੂੰ ਧੰਨਵਾਦ। ਮੇਰੇ ਅਮੁੱਲੇ ਮਿੱਤਰਾਂ ਨੂੰ ਉਹਨਾਂ ਦੇ ਪ੍ਰੇਮ ਤੇ ਸਮਰਥਨ ਲਈ ਉਚੇਚੇ ਤੌਰ ਤੇ ਧੰਨਵਾਦ। ਮਾਰਸੀ ਕੋਲਟਨ ਕ੍ਰਿਲੀ, ਮਾਰਗਰੇਟ ਰੇਨਵਲ, ਏਥੇਨਾ ਗੋਲੀਆਨਿਸ ਤੇ ਜੌਨ ਵਾਕਰ, ਏਲੇਨ ਬੇਟ, ਏਡੀਆ ਕੀਰ ਤੇ ਮਾਈਕਲ ਤੇ ਕ੍ਰੈਂਡਾ ਏਬੀ ਤੇ ਮੇਰੇ ਅਦਭੁਤ ਪਰਿਵਾਰ ਨੂੰ, ਪੀਟਰ ਬਰਨ, ਮੇਰੀ ਬਹੁਤ ਖਾਸ ਭੈਣਾਂ ਨੂੰ, ਜੈਨ ਚਾਈਲਡ ਨੂੰ, ਇਸ ਪੁਸਤਕ 'ਚ ਉਹਨਾਂ ਦੀ ਅਮੁੱਲੀ ਮਦਦ ਲਈ, ਪੌਲਿਨ ਵਰਨਾਨ, ਕਾਈ ਆਈਜ਼ਨ ਤੇ ਗਲੈਂਡਾ ਬੇਲ ਨੂੰ, ਜਿਹੜੀ ਹਮੇਸ਼ਾ ਮੇਰੇ ਨਾਲ ਹੈ ਤੇ ਜਿਨ੍ਹਾਂ ਦੇ ਪਿਆਰ ਤੇ ਸਹਿਯੋਗ ਦੀ ਕੋਈ ਸੀਮਾ ਨਹੀਂ ਹੈ। ਮੇਰੀ ਹਿੰਮਤੀ ਮਾਂ ਆਇਰਨ ਆਈਜ਼ਨ ਤੇ ਮੇਰੇ ਪਿਤਾ ਰੋਨਾਲਡ ਆਈਜ਼ਨ ਦੀ ਯਾਦ 'ਚ, ਜਿਨ੍ਹਾਂ ਦੇ ਪਿਆਰ ਦੀ ਰੋਸ਼ਨੀ ਹੁਣ ਵੀ ਸਾਡੇ ਜੀਵਨ ਨੂੰ ਰੋਸ਼ਨ ਕਰਦੀ ਹੈ। ਮੈਂ ਅੰਤ 'ਚ ਆਪਣੀ ਧੀਆਂ ਹੇਲੀ ਤੇ ਸਕਾਈਬਰਨ ਦੀ ਆਭਾਰੀ ਹਾਂ। ਹੇਲੀ ਮੇਰੀ ਜ਼ਿੰਦਗੀ ਤੇ ਇਸ ਦੀ ਸੱਚੀ ਯਾਤਰਾ ਲਈ ਜ਼ਿੰਮੇਵਾਰ ਸੀ। ਸਕਾਈ ਇਸ ਪੁਸਤਕ ਦੀ ਰਚਨਾ 'ਚ ਹਮੇਸ਼ਾ ਮੇਰੇ ਨਾਲ ਰਹੀ ਤੇ ਉਹਨੇ ਮੇਰੇ ਸ਼ਬਦਾਂ ਨੂੰ ਬਹੁਤ ਚੰਗੀ ਤਰ੍ਹਾਂ ਸੰਪਾਦਿਤ ਤੇ ਰੂਪਾਂਤਰਿਤ ਕੀਤਾ। ਮੇਰੀਆਂ ਧੀਆਂ ਮੇਰੇ ਜੀਵਨ 'ਚ ਅਮੁੱਲੀਆਂ ਰਤਨ ਹਨ ਤੇ ਉਹ ਆਪਣੀ ਮੌਜੂਦਗੀ ਨਾਲ ਹੀ ਮੇਰੀ ਹਰ ਸਾਹ ਨੂੰ ਮਹਿਕਾ ਦਿੰਦੀਆਂ ਹਨ। ਪਹਿਲਾ ਲੇਖ, ਰਹੱਸ ਪ੍ਰਗਟ ਹੁੰਦਾ ਹੈ। ਬੌਬ ਪ੍ਰਾਕਟਰ, ਦਾਰਸ਼ਨਿਕ, ਲੇਖਕ ਤੇ ਵਿਅਕਤੀਗਤ ਮਾਰਗਦਰਸ਼ਕ। ਰਹੱਸ ਨਾਲ ਤੁਹਾਨੂੰ ਆਪਣੀ ਹਰ ਮਨ ਚਾਹੀ ਚੀਜ਼ ਮਿਲ ਜਾਂਦੀ ਹੈ, ਖੁਸ਼ੀ, ਸਿਹਤ ਤੇ ਦੌਲਤ। ਦੂਸਰਾ, ਡਾਕਟਰ ਜੋ ਵਿਟਾਲ, ਮੈਟਾਫਿਜ਼ੀਸ਼ੀਅਨ, ਮਾਰਕੀਟਿੰਗ ਵਿਸ਼ੇਸ਼ਕ ਤੇ ਲੇਖਕ। ਤੁਸੀਂ ਜੋ ਚਾਹੋ ਪਾ ਸਕਦੇ ਹੋ, ਕਰ ਸਕਦੇ ਹੋ ਜਾਂ ਬਣ ਸਕਦੇ ਹੋ। ਤੀਸਰਾ, ਜੌਨ ਅਸਾਰਾਫ, ਉਦਮੀ ਤੇ ਕਮਾਈ ਵਿਸ਼ੇਸ਼ਕ। ਅਸੀਂ ਜਿਸ ਚੀਜ਼ ਨੂੰ ਪਾਉਣ ਦੀ ਚੋਣ ਕਰੀਏ ਉਹਨੂੰ ਪਾ ਸਕਦੇ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਚੀਜ਼ ਕਿੰਨੀ ਵੱਡੀ ਹੈ। ਤੁਸੀਂ ਕਿਸ ਤਰ੍ਹਾਂ ਦੇ ਮਕਾਨ 'ਚ ਰਹਿਣਾ ਚਾਹੁੰਦੇ ਹੋ? ਕੀ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ? ਤੁਸੀਂ ਕਿਸ ਤਰ੍ਹਾਂ ਦਾ ਬਿਜ਼ਨਸ ਬਣਾਉਣਾ ਚਾਹੁੰਦੇ ਹੋ? ਕੀ ਤੁਸੀਂ ਜ਼ਿਆਦਾ ਸਫਲਤਾ ਚਾਹੁੰਦੇ ਹੋ? ਅਹਿਮ ਸਵਾਲ ਇਹ ਹੈ ਕਿ ਤੁਸੀਂ ਸੱਚਮੁੱਚ ਕੀ ਚਾਹੁੰਦੇ। ਡਾਕਟਰ ਜੌਨ ਡੇਮਾਰਟਿਨੀ, ਦਾਰਸ਼ਨਿਕ, ਕਾਇਰੋਪ੍ਰੈਕਟਰ, ਉਪਚਾਰਕ ਤੇ ਵਿਅਕਤੀਗਤ ਕਾਇਆਕਲਪ ਵਿਸ਼ੇਸ਼ਕ। ਇਹ ਜੀਵਨ ਦਾ ਮਹਾਨ ਰਹੱਸ ਹੈ। ਨੈਕਸਟ, ਡਾਕਟਰ ਡੈਨਿਸ ਵੇਟਲੀ, ਮਨੋਵਿਗਿਆਨੀ ਤੇ ਮਾਨਸਿਕ ਸਮਰੱਥਾ ਟ੍ਰੇਨਰ। ਅਤੀਤ ਦੇ ਜਿਨ੍ਹਾਂ ਲੀਡਰਸ ਦੇ ਕੋਲ ਰਹੱਸ ਸੀ, ਉਹ ਇਹਦੀ ਸ਼ਕਤੀ ਦਾ ਗਿਆਨ ਆਪਣੇ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਸੀ ਤੇ ਦੂਜਿਆਂ ਨੂੰ ਨਹੀਂ ਦੱਸਣਾ ਚਾਹੁੰਦੇ ਸੀ। ਉਹਨਾਂ ਨੇ ਇਹ ਰਹੱਸ ਲੋਕਾਂ ਨੂੰ ਨਹੀਂ ਦੱਸਿਆ। ਆਮ ਲੋਕੀ ਕੰਮ ਧੰਦਿਆਂ ਤੇ ਜਾਂਦੇ ਸਨ, ਸਾਰਾ ਦਿਨ ਕੰਮ ਕਰਦੇ ਸੀ ਤੇ ਸ਼ਾਮੀ ਘਰ ਮੁੜ ਆਉਂਦੇ ਸੀ। ਉਹਨਾਂ ਦੀ ਜ਼ਿੰਦਗੀ ਇਸੇ ਚੱਕੀ ਤੇ ਚੱਲਦੀ ਸੀ ਤੇ ਉਹਨਾਂ ਕੋਲ ਜ਼ਰਾ ਜਿਹੀ ਵੀ ਸ਼ਕਤੀ ਨਹੀਂ ਸੀ, ਕਿਉਂਕਿ ਰਹੱਸ ਸਿਰਫ ਕੁਝ ਕੁ ਲੋਕਾਂ ਨੂੰ ਹੀ ਪਤਾ ਸੀ। ਇਤਿਹਾਸ 'ਚ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਰਹੱਸ ਦਾ ਗਿਆਨ ਹਾਸਲ ਕਰਨ ਦੀ ਇੱਛਾ ਜਾਗਰਤ ਹੋਈ ਤੇ ਕਈ ਜਾਣਕਾਰਾਂ ਨੇ ਤਾਂ ਦੂਜਿਆਂ ਤੱਕ ਇਹ ਗਿਆਨ ਪਹੁੰਚਾਉਣ ਦਾ ਤਰੀਕਾ ਲੱਭਣ ਦੀ ਕੋਸ਼ਿਸ਼ ਵੀ ਕੀਤੀ। ਨੈਕਸਟ, ਮਾਈਕਲ ਬਰਨਾਰਡ ਬੇਕਵਿਥ, ਭਵਿੱਖ ਦ੍ਰਿਸ਼ਟਾ ਤੇ ਅਗੇਪ ਇੰਟਰਨੈਸ਼ਨਲ ਸਪਿਰਿਚੁਅਲ ਸੈਂਟਰ ਦੇ ਸੰਸਥਾਪਕ। ਮੈਂ ਲੋਕਾਂ ਦੇ ਜੀਵਨ 'ਚ ਕਈ ਚਮਤਕਾਰ ਹੁੰਦੇ ਵੇਖੇ ਹਨ। ਵਿੱਤੀ ਚਮਤਕਾਰ, ਸਰੀਰਕ ਉਪਚਾਰ ਦੇ ਚਮਤਕਾਰ, ਮਾਨਸਿਕ ਉਪਚਾਰ ਤੇ ਸਬੰਧਾਂ ਦੇ ਉਪਚਾਰ ਦੇ ਚਮਤਕਾਰ। ਜੈਕ ਕੈਨਫੀਲਡ,
ਲੇਖਕ, ਸਿੱਖਿਅਕ, ਜੀਵਨ ਮਾਰਗਦਰਸ਼ਕ ਤੇ ਪ੍ਰੇਰਕ ਵਕਤਾ। ਇਹ ਸਾਰਾ ਕੁਝ ਇਸ ਲਈ ਹੋਇਆ ਕਿਉਂਕਿ ਮੈਂ ਜਾਣ ਲਿਆ ਕਿ ਰਹੱਸ ਤੇ ਅਮਲ ਕਿਵੇਂ ਕਰਨਾ ਹੈ। ਰਹੱਸ ਕੀ ਹੈ? ਬੌਬ ਪ੍ਰੋਕਟਰ। ਤੁਸੀਂ ਸ਼ਾਇਦ ਇਹ ਸੋਚ ਕੇ ਹੈਰਾਨ ਹੋ ਰਹੇ ਹੋਗੇ, ਆਖਿਰ ਇਹ ਰਹੱਸ ਹੈ ਕੀ? ਮੈਂ ਤੁਹਾਨੂੰ ਦੱਸਦਾ ਕਿ ਮੇਰੇ ਹਿਸਾਬ ਨਾਲ ਇਹਦਾ ਕੀ ਮਤਲਬ ਹੈ। ਅਸੀਂ ਸਾਰੇ ਇਸ ਹੀ ਅਸੀਮਤ ਸ਼ਕਤੀ ਨਾਲ ਕੰਮ ਕਰਦੇ ਹਾਂ। ਇੱਕੋ ਜਿਹੇ ਨਿਯਮ ਸਾਡਾ ਮਾਰਗਦਰਸ਼ਨ ਕਰਦੇ ਹਨ। ਬ੍ਰਹਿਮੰਡ ਦੇ ਕੁਦਰਤੀ ਨਿਯਮ ਇੰਨੇ ਦਰੁਸਤ ਹਨ ਕਿ ਸਾਨੂੰ ਸਪੇਸਸ਼ਿਪ ਬਣਾਉਣ 'ਚ ਜ਼ਰਾ ਵੀ ਮੁਸ਼ਕਿਲ ਨਹੀਂ ਆਉਂਦੀ। ਅਸੀਂ ਲੋਕਾਂ ਨੂੰ ਚੰਨ 'ਤੇ ਭੇਜ ਸਕਦੇ ਹਾਂ ਤੇ ਸਾਨੂੰ ਸਪੇਸਸ਼ਿਪ 'ਤੇ ਉਤਰਨ ਦੇ ਪਲ ਨੂੰ ਵੀ ਸਟੀਕਤਾ ਨਾਲ ਕੰਟਰੋਲ ਕਰ ਸਕਦੇ ਹਾਂ। ਤੁਸੀਂ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਸਟਾਕਹੋਮ, ਲੰਡਨ, ਟੋਰਾਂਟੋ, ਮੌਂਟਰੀਅਲ, ਨਿਊਯਾਰਕ ਜਾਂ ਚਾਹੇ ਜਿੱਥੇ ਰਹਿੰਦੇ ਹੋ, ਅਸੀਂ ਸਾਰੇ ਇੱਕੋ ਹੀ ਸ਼ਕਤੀ, ਇੱਕੋ ਹੀ ਨਿਯਮ ਨਾਲ ਕੰਮ ਕਰ ਰਹੇ ਹਾਂ। ਇਹਦਾ ਨਾਂ ਆਕਰਸ਼ਣ ਹੈ। ਰਹੱਸ ਆਕਰਸ਼ਣ ਦਾ ਨਿਯਮ ਹੈ। ਤੁਹਾਡੇ ਜੀਵਨ 'ਚ ਜਿਹੜੀਆਂ ਵੀ ਚੀਜ਼ਾਂ ਆ ਰਹੀਆਂ ਹਨ, ਉਹਨਾਂ ਨੂੰ ਤੁਸੀਂ ਆਪਣੇ ਜੀਵਨ 'ਚ ਆਕਰਸ਼ਿਤ ਕਰ ਰਹੇ ਹੋ ਤੇ ਉਹ ਉਹਨਾਂ ਤਸਵੀਰਾਂ ਰਾਹੀਂ ਤੁਹਾਡੇ ਵੱਲ ਆਕਰਸ਼ਿਤ ਹੋ ਰਹੀਆਂ ਹਨ ਜਿਹੜੀਆਂ ਤੁਹਾਡੇ ਦਿਮਾਗ ਵਿੱਚ ਹਨ। ਭਾਵ ਜੋ ਤੁਸੀਂ ਸੋਚ ਰਹੇ ਹੋ, ਤੁਹਾਡੇ ਮਸਤਿਸ਼ਕ ਵਿੱਚ ਜੋ ਕੁਝ ਚੱਲ ਰਿਹਾ ਹੈ, ਉਹਨੂੰ ਤੁਸੀਂ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ। ਤੁਹਾਡਾ ਹਰ ਵਿਚਾਰ ਇੱਕ ਵਾਸਤਵਿਕ ਵਸਤ ਹੈ, ਇੱਕ ਸ਼ਕਤੀ ਹੈ। ਪ੍ਰਿੰਟਿਸ ਮਲਫੋਰਡ। ਦੁਨੀਆ ਦੇ ਮਹਾਨਤਮ ਸਿੱਖਿਅਕਾਂ ਨੇ ਸਾਨੂੰ ਦੱਸਿਆ ਕਿ ਆਕਰਸ਼ਣ ਦਾ ਨਿਯਮ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਨਿਯਮ ਹੈ। ਵਿਲੀਅਮ ਸ਼ੇਕਸਪੀਅਰ, ਰਾਬਰਟ ਬਰਾਉਨਿੰਗ ਤੇ ਵਿਲੀਅਮ ਬਲੈਕ ਨੇ ਇਹਨੂੰ ਆਪਣੀ ਕਵਿਤਾ 'ਚ ਸਿਖਾਇਆ ਹੈ। ਲੁਡਵਿਗ ਵੈਨ ਬੀਥੋਵਨ ਵਰਗੇ ਸੰਗੀਤਕਾਰਾਂ ਨੇ ਇਹਨੂੰ ਆਪਣੇ ਸੰਗੀਤ 'ਚ ਵਿਅਕਤ ਕੀਤਾ ਹੈ। ਲਿਓਨਾਰਦੋ ਦਾ ਵਿੰਚੀ ਨੇ ਇਸ ਨੂੰ ਆਪਣੀ ਪੇਂਟਿੰਗਸ 'ਚ ਉਕੇਰਿਆ ਹੈ। ਸੁਕਰਾਤ, ਪਲੇਟੋ, ਰੈਲਫ ਵਾਲਡੋ ਐਮਰਸਨ, ਪਾਇਥਾਗੋਰਸ, ਸਰ ਫਰਾਂਸਿਸ ਬੇਕਨ, ਸਰ ਆਈਜ਼ੈਕ ਨਿਊਟਨ, ਜੋਹਾਨਨ ਵੋਲਫ, ਗੈਂਗ ਵੌਨ ਗੇਰੇ ਤੇ ਵਿਕਟਰ ਹਿਊਗੋ ਨੇ ਇਹਨੂੰ ਆਪਣੀ ਲੇਖਣੀ ਤੇ ਦਰਸ਼ਨ 'ਚ ਵਿਅਕਤ ਕੀਤਾ ਹੈ। ਇਸੇ ਕਰਕੇ ਉਹਨਾਂ ਦੇ ਨਾਂ ਅਮਰ ਤੇ ਉਹਨਾਂ ਦੀ ਮਹਾਨਤਾ ਸਦੀਆਂ ਬਾਅਦ ਵੀ ਕਾਇਮ ਹੈ। ਇਹ ਰਹੱਸ ਹਿੰਦੂ ਧਰਮ, ਹਾਰਮੈਟਿਕ ਪਰੰਪਰਾਵਾਂ, ਬੌਧ ਧਰਮ, ਯਹੂਦੀ ਧਰਮ, ਈਸਾਈ ਧਰਮ ਤੇ ਇਸਲਾਮ 'ਚ ਮੌਜੂਦ ਹਨ। ਇਹ ਬੈਬੀਲੋਨ ਤੇ ਮਿਸਰ ਦੀ ਪ੍ਰਾਚੀਨ ਸੱਭਿਅਤਾਵਾਂ ਦੀ ਲੇਖਣੀ ਤੇ ਕਹਾਣੀਆਂ 'ਚ ਦਰਸਾਇਆ ਗਿਆ ਹੈ। ਇਹ ਨਿਯਮ ਯੁਗਾਂ ਤੋਂ ਕਈ ਰੂਪਾਂ 'ਚ ਵਿਅਕਤ ਹੁੰਦਾ ਆ ਰਿਹਾ ਹੈ। ਇਹਨੂੰ ਸਦੀਆਂ ਪੁਰਾਣੇ ਪ੍ਰਾਚੀਨ ਗ੍ਰੰਥਾਂ 'ਚ ਪੜ੍ਹਿਆ ਜਾ ਸਕਦਾ ਹੈ। ਇਹਨੂੰ 3000 ਈਸਾ ਪੂਰਵ 'ਚ ਪੱਥਰਾਂ 'ਤੇ ਉਕੇਰਿਆ ਗਿਆ ਸੀ। ਹਾਲਾਂਕਿ ਕੁਝ ਲੋਕਾਂ ਇਸ ਰਹੱਸ ਦੇ ਗਿਆਨ ਨੂੰ ਹਾਸਲ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ ਇਹਨੂੰ ਸੱਚਮੁੱਚ ਹਾਸਲ ਵੀ ਕਰ ਲਿਆ, ਲੇਕਿਨ ਇਹ ਹਮੇਸ਼ਾ ਤੋਂ ਮੌਜੂਦ ਸੀ ਤੇ ਕੋਈ ਵੀ ਇਹਨੂੰ ਲੱਭ ਸਕਦਾ ਸੀ। ਨਿਯਮ ਜਾਂ ਕਾਨੂੰਨ ਸਮੇਂ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਇਹਦੀ ਹੋਂਦ ਹਮੇਸ਼ਾ ਤੋਂ ਸੀ ਤੇ ਹਮੇਸ਼ਾ ਰਹੇਗੀ ਵੀ। ਇਹੀ ਨਿਯਮ ਬ੍ਰਹਿਮੰਡ ਦੀ ਸਮੁੱਚੀ ਵਿਵਸਥਾ, ਤੁਹਾਡੇ ਜੀਵਨ ਦੇ ਹਰ ਪਲ, ਤੁਹਾਡੇ ਜੀਵਨ ਦੇ ਹਰ ਅਨੁਭਵ ਨੂੰ ਨਿਸ਼ਚਿਤ ਕਰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕਿੱਥੇ ਹੋ। ਆਕਰਸ਼ਣ ਦਾ ਨਿਯਮ ਤੁਹਾਡੇ ਸਮੁੱਚੇ ਜੀਵਨ ਦੇ ਅਨੁਭਵਾਂ ਨੂੰ ਆਕਾਰ ਦੇ ਰਿਹਾ ਹੈ। ਇਹ ਸਭ ਤੋਂ ਪ੍ਰਬਲ ਨਿਯਮ ਤੁਹਾਡੇ ਵਿਚਾਰਾਂ ਰਾਹੀਂ ਇੰਜ ਕਰਦਾ ਹੈ। ਤੁਸੀਂ ਆਪਣੇ ਵਿਚਾਰਾਂ ਤੋਂ ਆਕਰਸ਼ਣ ਦੇ ਇਸ ਨਿਯਮ ਨੂੰ ਅਮਲ 'ਚ ਲਿਆਉਂਦੇ ਹੋ। 1912 'ਚ ਚਾਰਲਸ ਹਾਨੇਲ ਨੇ ਆਕਰਸ਼ਣ ਦੇ ਨਿਯਮ ਦਾ ਵਰਣਨ ਕਰਦਿਆਂ ਕਿਹਾ ਸੀ, ਇਹ ਸਭ ਤੋਂ ਮਹਾਨ ਤੇ ਸਭ ਤੋਂ ਅਚੂਕ ਨਿਯਮ ਹੈ ਜਿਸ ਤੇ ਸਿਰਜਣਾ ਦਾ ਸਮੁੱਚਾ ਤੰਤਰ ਨਿਰਭਰ ਕਰਦਾ ਹੈ। ਬੌਬ ਪ੍ਰੋਕਟਰ। ਹਰ ਯੁੱਗ ਦੇ ਬੁੱਧੀਮਾਨ ਲੋਕਾਂ ਨੂੰ ਇਸ ਨਿਯਮ ਦਾ ਗਿਆਨ ਸੀ। ਤੁਸੀਂ ਇਹਨੂੰ ਪ੍ਰਾਚੀਨ ਬੈਬੀਲੋਨੀਆ ਦੀ ਸੰਸਕ੍ਰਿਤੀ 'ਚ ਵੀ ਵੇਖ ਸਕਦੇ ਹੋ। ਉਹਨਾਂ ਨੂੰ ਇਹਦਾ ਗਿਆਨ ਸੀ, ਹਾਲਾਂਕਿ ਇਹ ਗਿਆਨ ਬਹੁਤ ਘੱਟ ਲੋਕਾਂ ਦੇ ਚੋਣਵੇਂ ਸਮੂਹ ਤੱਕ ਹੀ ਸੀਮਤ ਸੀ। ਇਤਿਹਾਸਕਾਰ ਪ੍ਰਾਚੀਨ ਬੈਬੀਲੋਨ ਸੰਸਕ੍ਰਿਤੀ ਦੀ ਮਹਾਨ ਉਪਲਬਧੀਆਂ ਤੇ ਪ੍ਰਚੁਰ ਸਮਰਿੱਧੀ ਦਾ ਗੁਣਗਾਨ ਕਰਦੇ ਨਹੀਂ ਥੱਕਦੇ। ਵਿਸ਼ਵ ਦੇ 7 ਅਜੂਬਿਆਂ 'ਚੋਂ ਇੱਕ ਹੈਂਗਿੰਗ ਗਾਰਡਨਜ਼ ਇਸੇ ਸੰਸਕ੍ਰਿਤੀ ਦੀ ਦੇਣ ਸਨ। ਇਸ ਕੌਮ ਨੇ ਬ੍ਰਹਿਮੰਡ ਦੇ ਨਿਯਮਾਂ ਨੂੰ ਸਮਝਿਆ ਤੇ ਉਹਨਾਂ ਤੇ ਅਮਲ ਕੀਤਾ। ਇਸੇ ਕਰਕੇ ਇਤਿਹਾਸ ਦੀ ਸਭ ਤੋਂ ਦੌਲਤਮੰਦ ਕੌਮਾਂ 'ਚੋਂ ਇੱਕ ਬਣ ਗਈ। ਕੀ ਤੁਸੀਂ ਜਾਣਦੇ ਹੋ ਕਿ ਸਿਰਫ 1% ਲੋਕ ਤਕਰੀਬਨ 96% ਧਨ ਕਮਾਉਂਦੇ ਹਨ? ਕੀ ਤੁਸੀਂ ਸੋਚਦੇ ਹੋ ਕਿ ਇਹ ਸਿਰਫ ਇੱਕ ਸੰਜੋਗ ਹੈ? ਇਹ ਤਾਂ ਪਹਿਲਾਂ ਤੋਂ ਹੀ ਨਿਰਧਾਰਤ ਹੈ। ਉਹਨਾਂ ਨੂੰ ਇੱਕ ਖਾਸ ਚੀਜ਼ ਦਾ ਗਿਆਨ ਹੈ।
ਦਰਅਸਲ ਉਹਨਾਂ ਨੂੰ ਰਹੱਸ ਦਾ ਗਿਆਨ ਹੈ ਤੇ ਉਹੀ ਰਹੱਸ ਹੁਣ ਤੁਹਾਨੂੰ ਦੱਸਿਆ ਜਾ ਰਿਹਾ ਹੈ। ਇਸ ਰਹੱਸ ਦੇ ਪ੍ਰਯੋਗ ਨਾਲ ਲੋਕਾਂ ਨੇ ਆਪਣੇ ਜੀਵਨ 'ਚ ਦੌਲਤ ਨੂੰ ਆਕਰਸ਼ਿਤ ਕੀਤਾ, ਭਾਵੇਂ ਉਹਨਾਂ ਨੇ ਸੋਚ ਸਮਝ ਕੇ ਕੀਤਾ ਹੋਵੇ ਜਾਂ ਅਣਜਾਣੇ ਜੀ। ਉਹ ਬਹੁਤਾਤ ਤੇ ਦੌਲਤ ਦੇ ਵਿਚਾਰ ਸੋਚਦੇ ਹਨ। ਉਹ ਆਪਣੇ ਦਿਮਾਗ 'ਚ ਕਿਸੇ ਵਿਰੋਧੀ ਵਿਚਾਰ ਨੂੰ ਜੜ੍ਹਾਂ ਨਹੀਂ ਜਮਾਉਣ ਦਿੰਦੇ। ਉਹਨਾਂ ਦੇ ਸਭ ਤੋਂ ਪ੍ਰਬਲ ਵਿਚਾਰ ਦੌਲਤ ਬਾਰੇ ਹੀ ਹੁੰਦੇ ਹਨ। ਉਹ ਸਿਰਫ ਦੌਲਤ ਬਾਰੇ ਹੀ ਸੋਚਦੇ ਰਹਿੰਦੇ ਹਨ ਤੇ ਉਹਨਾਂ ਦੇ ਦਿਮਾਗ 'ਚ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੁੰਦੀ। ਭਾਵੇਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ, ਦੌਲਤ ਸੰਬੰਧੀ ਪ੍ਰਬਲ ਵਿਚਾਰਾਂ ਕਾਰਨ ਹੀ ਦੌਲਤ ਉਹਨਾਂ ਵੱਲ ਆਕਰਸ਼ਿਤ ਹੁੰਦੀ ਹੈ। ਇਹ ਅਮਲੀ ਆਕਰਸ਼ਣ ਦਾ ਨਿਯਮ ਹੈ। ਰਹੱਸ ਤੇ ਅਮਲੀ ਆਕਰਸ਼ਣ ਦੇ ਨਿਯਮ ਨੂੰ ਦੱਸਣ ਦਾ ਇੱਕ ਉੱਤਮ ਉਦਾਹਰਣ ਇਹ ਹੈ। ਤੁਸੀਂ ਇਹੋ ਜਿਹੇ ਲੋਕਾਂ ਨੂੰ ਜਾਣਦੇ ਹੋਗੇ ਜਿਨ੍ਹਾਂ ਨੇ ਬੜੀ ਸਾਰੀ ਦੌਲਤ ਹਾਸਲ ਕਰਕੇ ਗੁਆ ਦਿੱਤੀ, ਲੇਕਿਨ ਕੁਝ ਸਮੇਂ ਬਾਅਦ ਹੀ ਦੁਬਾਰਾ ਹਾਸਲ ਕਰ ਲਈ। ਇੰਜ ਕਿਵੇਂ ਹੋਇਆ? ਉਹਨਾਂ ਨੂੰ ਪਤਾ ਹੋਵੇ ਜਾਂ ਨਾ, ਲੇਕਿਨ ਹੋਇਆ ਇਹ ਸੀ ਕਿਉਂਕਿ ਪਹਿਲਾਂ ਉਹ ਦੌਲਤ ਬਾਰੇ ਬੜੀ ਪ੍ਰਬਲਤਾ ਨਾਲ ਸੋਚਦੇ ਸੀ, ਇਸ ਲਈ ਉਹਨੂੰ ਹਾਸਲ ਕਰਨ 'ਚ ਸਫਲ ਹੋਏ। ਫਿਰ ਉਹਨਾਂ ਨੇ ਦੌਲਤ ਗਵਾਉਣ ਦੇ ਡਰਾਉਣੇ ਵਿਚਾਰਾਂ ਨੂੰ ਆਪਣੇ ਦਿਮਾਗ 'ਚ ਆਉਣ ਦਿੱਤਾ। ਜਦੋਂ ਤੱਕ ਉਹ ਪ੍ਰਬਲ ਨਹੀਂ ਬਣ ਗਏ, ਦੌਲਤ ਪਾਉਣ ਦੇ ਵਿਚਾਰਾਂ ਦਾ ਪਲੜਾ ਹਲਕਾ ਹੋ ਗਿਆ ਤੇ ਦੌਲਤ ਗਵਾਉਣ ਦੇ ਵਿਚਾਰਾਂ ਦਾ ਪਲੜਾ ਭਾਰੀ ਹੋ ਗਿਆ। ਇਸੇ ਕਾਰਨ ਉਹਨਾਂ ਨੇ ਦੌਲਤ ਗਵਾ ਦਿੱਤੀ। ਬਹਰਹਾਲ ਦੌਲਤ ਜਾਣ ਤੋਂ ਬਾਅਦ ਇਹਦੇ ਜਾਣ ਦਾ ਡਰ ਵੀ ਗਾਇਬ ਹੋ ਗਿਆ ਤੇ ਉਹਨਾਂ ਨੇ ਦੌਲਤ ਦੇ ਪ੍ਰਬਲ ਵਿਚਾਰਾਂ ਨਾਲ ਤੱਕੜੀ ਦੇ ਸਕਾਰਾਤਮਕ ਪੱਲੇ ਨੂੰ ਦੁਬਾਰਾ ਭਾਰੀ ਕਰ ਲਿਆ ਤੇ ਦੌਲਤ ਪਰਤ ਆਈ। ਆਕਰਸ਼ਣ ਦਾ ਨਿਯਮ ਤੁਹਾਡੇ ਵਿਚਾਰਾਂ ਤੇ ਪ੍ਰਤੀਕਿਰਿਆ ਕਰਦਾ ਹੈ, ਚਾਹੇ ਉਹ ਜਿਵੇਂ ਦੇ ਵੀ ਹੋਣ। ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ। ਜੌਨ ਅਸਾਰਾਫ। ਆਕਰਸ਼ਣ ਦੇ ਨਿਯਮ ਤੇ ਅਮਲ ਕਰਨ ਦਾ ਮੇਰਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਮੈਂ ਆਪਣੇ ਆਪ ਨੂੰ ਚੁੰਬਕ ਮੰਨ ਲੈਣਾ, ਇਹ ਜਾਣਦਾ ਕਿ ਦੂਜਾ ਚੁੰਬਕ ਮੇਰੇ ਵੱਲ ਆਕਰਸ਼ਿਤ ਹੋਏਗਾ। ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਚੁੰਬਕ ਹੋ। ਤੁਹਾਡੇ 'ਚ ਇਹੋ ਜਿਹੀ ਚੁੰਬਕੀ ਸ਼ਕਤੀ ਹੈ ਜਿਹੜੀ ਦੁਨੀਆ ਦੀ ਕਿਸੇ ਵੀ ਚੀਜ਼ ਤੋਂ ਵੱਧ ਸ਼ਕਤੀਸ਼ਾਲੀ ਹੈ ਤੇ ਅਥਾਹ ਚੁੰਬਕੀ ਸ਼ਕਤੀ ਤੁਹਾਡੇ ਵਿਚਾਰਾਂ ਨਾਲ ਨਿਕਲਦੀ ਹੈ। ਬੌਬ ਡਾਇਲ, ਲੇਖਕ ਤੇ ਆਕਰਸ਼ਣ ਦੇ ਨਿਯਮ ਦੇ ਮਾਹਰ। ਮੁੱਢਲੇ ਤੌਰ ਤੇ ਆਕਰਸ਼ਣ ਦਾ ਨਿਯਮ ਇਹ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ, ਭਾਵੇਂ ਅਸੀਂ ਵਾਕਈ ਵਿਚਾਰਾਂ ਦੇ ਕੋਈ ਸਤਰ ਤੇ ਗੱਲਾਂ ਕਰ ਰਹੇ ਹਾਂ। ਆਕਰਸ਼ਣ ਦਾ ਨਿਯਮ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ। ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕੋਈ ਵਿਚਾਰ ਸੋਚਦੇ ਹੋ ਤਾਂ ਤੁਸੀਂ ਉਸੇ ਵਰਗੇ ਹੋਰ ਵਿਚਾਰਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੁੰਦੇ ਹੋ। ਤੁਸੀਂ ਆਪਣੇ ਜੀਵਨ 'ਚ ਆਕਰਸ਼ਣ ਦੇ ਨਿਯਮ ਦੇ ਸੰਦਰਭ 'ਚ ਇਹ ਅਨੁਭਵ ਕੀਤਾ ਹੋਵੇਗਾ। ਤੁਸੀਂ ਕਦੇ ਕਿਸੇ ਇਹੋ ਜਿਹੀ ਚੀਜ਼ ਬਾਰੇ ਸੋਚਦੇ ਹੋਵੋ ਜਿਸ ਨਾਲ ਤੁਸੀਂ ਖੁਸ਼ ਨਹੀਂ ਸੀ। ਤੁਸੀਂ ਉਹਦੇ ਬਾਰੇ ਜਿੰਨਾ ਜ਼ਿਆਦਾ ਸੋਚਿਆ ਉਨੀ ਜ਼ਿਆਦਾ ਬਦਤਰ ਲੱਗਣ ਲੱਗੇ। ਇੰਜ ਇਸ ਲਈ ਹੋਇਆ ਕਿਉਂਕਿ ਜਦੋਂ ਤੁਸੀਂ ਲਗਾਤਾਰ ਇੱਕੋ ਹੀ ਵਿਚਾਰ ਸੋਚਦੇ ਹੋ ਤਾਂ ਆਕਰਸ਼ਣ ਦਾ ਨਿਯਮ ਤੁਰੰਤ ਉਸੇ ਵਰਗੇ ਦੂਜੇ ਵਿਚਾਰ ਤੁਹਾਡੇ ਵੱਲ ਲਿਆਉਣ ਲੱਗਦਾ ਹੈ। ਕੁਝ ਮਿੰਟਾਂ 'ਚ ਹੀ ਤੁਹਾਡੇ ਦਿਮਾਗ 'ਚ ਇੰਨੇ ਸਾਰੇ ਭੈੜੇ ਵਿਚਾਰ ਭਰ ਜਾਣਗੇ ਕਿ ਸਥਿਤੀ ਪਹਿਲਾਂ ਤੋਂ ਜ਼ਿਆਦਾ ਮਾੜੀ ਦਿਖਣ ਲੱਗੇਗੀ। ਤੁਸੀਂ ਇਸ ਬਾਰੇ ਜਿੰਨਾ ਜ਼ਿਆਦਾ ਸੋਚੋਗੇ ਉਨੇ ਹੀ ਜ਼ਿਆਦਾ ਪਰੇਸ਼ਾਨ ਹੋਗੇ। ਹੋ ਸਕਦਾ ਹੈ ਤੁਹਾਨੂੰ ਸਮਾਨ ਵਿਚਾਰਾਂ ਨੂੰ ਆਕਰਸ਼ਿਤ ਕਰਨ ਦਾ ਹੇਠਾਂ ਦਿੱਤਾ ਅਨੁਭਵ ਵੀ ਹੋਇਆ ਹੋਵੇ। ਹੋ ਸਕਦਾ ਹੈ ਕੋਈ ਗਾਣਾ ਸੁਣਨ ਤੋਂ ਬਾਅਦ ਤੁਸੀਂ ਉਹਨੂੰ ਆਪਣੇ ਦਿਮਾਗ ਤੋਂ ਬਾਹਰ ਨਹੀਂ ਕੱਢ ਪਾਏ ਹੋਵੋ। ਉਹ ਗਾਣਾ ਤੁਹਾਡੇ ਦਿਮਾਗ 'ਚ ਬਾਰ-ਬਾਰ ਵੱਜਦਾ ਰਿਹਾ ਹੋਵੇ। ਹੋ ਸਕਦਾ ਹੈ ਤੁਹਾਨੂੰ ਪਤਾ ਵੀ ਨਾ ਹੋਵੇ, ਲੇਕਿਨ ਉਹ ਗਾਣਾ ਸੁਣਨ ਵੇਲੇ ਤੁਸੀਂ ਆਪਣਾ ਸਾਰਾ ਧਿਆਨ ਉਸ ਉੱਤੇ ਕੇਂਦਰਿਤ ਕਰ ਲਿਆ। ਇਸ ਤਰ੍ਹਾਂ ਕਰਕੇ ਤੁਸੀਂ ਉਸ ਗਾਣੇ ਦੇ ਵਿਚਾਰ ਵਰਗੇ ਹੋਰ ਵਿਚਾਰਾਂ ਨੂੰ ਸਸ਼ਕਤ ਤੌਰ ਤੇ ਆਕਰਸ਼ਿਤ ਕਰ ਰਹੇ ਸੀ। ਇਸ ਲਈ ਆਕਰਸ਼ਣ ਦਾ ਨਿਯਮ ਸਕ੍ਰਿय ਹੋ ਗਿਆ ਤੇ ਉਸ ਨੇ ਉਸ ਗਾਣੇ ਦੇ ਵਿਚਾਰ ਨਾਲ ਮਿਲਦੇ ਜੁਲਦੇ ਵਿਚਾਰਾਂ ਨੂੰ ਤੁਹਾਡੇ ਵੱਲ ਆਕਰਸ਼ਿਤ ਕਰ ਦਿੱਤਾ। ਜੌਨ ਅਸਾਰਾਫ ਅਨੁਸਾਰ ਬਤੌਰ ਇਨਸਾਨ ਸਾਡਾ ਕੰਮ ਆਪਣੇ ਦਿਮਾਗ 'ਚ ਇਹੋ ਜਿਹੇ ਵਿਚਾਰ ਰੱਖਣਾ ਹੈ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ। ਸਾਨੂੰ ਇਸ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਇੰਜ ਕਰਕੇ ਅਸੀਂ ਬ੍ਰਹਿਮੰਡ ਦੇ ਮਹਾਨਤਮ ਨਿਯਮਾਂ 'ਚੋਂ ਇੱਕ ਨੂੰ ਸਕ੍ਰਿय ਕਰ ਦਿੰਦੇ ਹਾਂ, ਜਿਹੜਾ ਕਿ ਆਕਰਸ਼ਣ ਦਾ ਨਿਯਮ ਹੈ। ਤੁਸੀਂ ਜਿਸ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ ਬਣ ਜਾਂਦੇ ਹੋ। ਤੁਸੀਂ ਜਿਸ ਵਸਤੂ ਜਾਂ ਵਿਅਕਤੀ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ ਉਹਨੂੰ ਆਪਣੇ ਵੱਲ ਆਕਰਸ਼ਿਤ ਵੀ ਕਰਦੇ ਹੋ। ਤੁਹਾਡਾ ਵਰਤਮਾਨ ਜੀਵਨ ਤੁਹਾਡੇ ਪੁਰਾਣੇ ਵਿਚਾਰਾਂ ਦਾ ਪਰਛਾਵਾਂ ਹੈ। ਇਸ 'ਚੋਂ ਤੁਹਾਡੇ ਕੋਲ ਮੌਜੂਦ ਸਾਰੀਆਂ ਚੰਗੀਆਂ ਚੀਜ਼ਾਂ ਸ਼ਾਮਲ ਹਨ ਤੇ ਉਹ ਚੀਜ਼ਾਂ ਵੀ ਜਿਹੜੀਆਂ ਸ਼ਾਇਦ ਉਨੀਆਂ ਚੰਗੀਆਂ ਨਹੀਂ ਸਨ, ਕਿਉਂਕਿ ਤੁਸੀਂ ਆਪਣੇ ਵੱਲ ਉਹਨੂੰ ਆਕਰਸ਼ਿਤ ਕਰਦੇ ਹੋ ਜਿਸ ਬਾਰੇ ਤੁਸੀਂ ਸਭ ਤੋਂ ਜ਼ਿਆਦਾ ਸੋਚਦੇ ਹੋ। ਇਸ ਲਈ ਇਹ ਆਸਾਨੀ ਨਾਲ ਪਤਾ ਚੱਲ ਸਕਦਾ ਹੈ ਕਿ ਜੀਵਨ ਦੇ ਹਰ ਖੇਤਰ 'ਚ ਤੁਹਾਡੇ ਪ੍ਰਬਲ ਵਿਚਾਰ ਕੀ ਹਨ, ਕਿਉਂਕਿ ਉਹ ਹਕੀਕਤ 'ਚ ਬਦਲ ਚੁੱਕੇ ਹਨ। ਹੁਣ ਤੁਸੀਂ
ਰਹੱਸ ਸਿੱਖ ਰਹੇ ਹੋ ਤੇ ਇਸ ਤੇ ਅਮਲ ਕਰਕੇ ਹਰ ਚੀਜ਼ ਬਦਲ ਸਕਦੇ ਹੋ। ਬੌਬ ਪ੍ਰੈਕਟਰ ਅਨੁਸਾਰ ਜੇਕਰ ਤੁਸੀਂ ਆਪਣੇ ਦਿਮਾਗ 'ਚ ਕੋਈ ਚੀਜ਼ ਦੇਖ ਸਕੋ ਤਾਂ ਤੁਹਾਡੇ ਹੱਥ 'ਚ ਆ ਜਾਏਗੀ। ਜੇਕਰ ਤੁਸੀਂ ਆਪਣੇ ਦਿਮਾਗ 'ਚ ਸੋਚ ਲਓ ਕਿ ਤੁਸੀਂ ਕੀ ਚਾਹੁੰਦੇ ਹੋ ਤੇ ਉਹਨੂੰ ਆਪਣਾ ਪ੍ਰਬਲ ਵਿਚਾਰ ਬਣਾ ਲਓ ਤਾਂ ਉਹ ਚੀਜ਼ ਤੁਹਾਡੇ ਜੀਵਨ 'ਚ ਪ੍ਰਗਟ ਹੋ ਜਾਵੇਗੀ। ਮਾਈਕ ਡੂਲੀ ਅਨੁਸਾਰ, ਜੋ ਲੇਖਕ ਤੇ ਅੰਤਰਰਾਸ਼ਟਰੀ ਵਕਤਾ ਹੈ, ਇਹ ਸਿਧਾਂਤ ਸੰਖੇਪ 'ਚ 5 ਸੌਖੇ ਸ਼ਬਦਾਂ 'ਚ ਦੱਸਿਆ ਜਾ ਸਕਦਾ ਹੈ। ਵਿਚਾਰ ਚੀਜ਼ਾਂ ਬਣ ਜਾਂਦੇ ਹਨ। ਇਹ ਸਭ ਤੋਂ ਸ਼ਕਤੀਸ਼ਾਲੀ ਨਿਯਮ ਨਾਲ ਤੁਹਾਡੇ ਵਿਚਾਰ ਤੁਹਾਡੇ ਜੀਵਨ ਦੀ ਵਸਤਾਂ ਦੇ ਰੂਪ 'ਚ ਸਾਕਾਰ ਹੋ ਜਾਂਦੀਆਂ ਹਨ। ਵਿਚਾਰ ਚੀਜ਼ਾਂ ਬਣ ਜਾਂਦੇ ਹਨ। ਇਹ ਸੂਤਰ ਬਾਰ-ਬਾਰ ਦੁਹਰਾਓ ਤੇ ਇਹਨੂੰ ਆਪਣੀ ਚੇਤਨਤਾ ਤੇ ਸੋਝੀ 'ਚ ਸਿਮ ਜਾਣ ਦਿਓ। ਤੁਹਾਡੇ ਵਿਚਾਰ ਚੀਜ਼ਾਂ ਬਣ ਜਾਂਦੇ ਹਨ। ਜੌਨ ਅਸਾਰਫ ਅਨੁਸਾਰ, ਜ਼ਿਆਦਾਤਰ ਲੋਕ ਇਹ ਨਹੀਂ ਸਮਝਦੇ ਕਿ ਹਰ ਵਿਚਾਰ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ। ਅਸੀਂ ਵਿਚਾਰਾਂ ਨੂੰ ਮਾਪ ਸਕਦੇ ਹਾਂ। ਇਸ ਲਈ ਜੇਕਰ ਤੁਸੀਂ ਬਾਰ-ਬਾਰ ਇੱਕੋ ਹੀ ਚੀਜ਼ ਬਾਰੇ ਸੋਚ ਰਹੇ ਹੋ, ਆਪਣੇ ਦਿਮਾਗ 'ਚ ਉਸ ਅਛੂਤੀ ਨਵੀਂ ਕਾਰ ਦਾ ਮਾਲਕ ਬਣਨ ਦੀ ਕਲਪਨਾ ਕਰ ਰਹੇ ਹੋ, ਉਸ ਪੈਸੇ ਦੇ ਮਾਲਕ ਬਣਨ ਦੀ ਜਿਹਦੀ ਤੁਹਾਨੂੰ ਲੋੜ ਹੈ, ਕੰਪਨੀ ਬਣਾਉਣ ਦੀ, ਆਦਰਸ਼ ਜੀਵਨ ਸਾਥੀ ਪਾਉਣ ਦੀ, ਜੇਕਰ ਤੁਸੀਂ ਉਹਨੂੰ ਕਲਪਨਾ 'ਚ ਦੇਖ ਰਹੇ ਹੋ ਤਾਂ ਤੁਸੀਂ ਉਸੇ ਫ੍ਰੀਕੁਐਂਸੀ ਨੂੰ ਇਕਸਾਰ ਭੇਜ ਰਹੇ ਹੋ। ਡਾਕਟਰ ਜੇ ਵਿਟਾਲ ਅਨੁਸਾਰ, ਵਿਚਾਰ ਚੁੰਬਕੀ ਸੰਕੇਤ ਭੇਜਦੇ ਹਨ ਜਿਹੜੀ ਉਸ ਵਰਗੀ ਚੀਜ਼ ਨੂੰ ਤੁਹਾਡੇ ਵੱਲ ਆਕਰਸ਼ਿਤ ਕਰਦੇ ਹਨ। ਪ੍ਰਬਲ ਵਿਚਾਰ ਜਾਂ ਮਾਨਸਿਕ ਨਜ਼ਰੀਆ ਚੁੰਬਕ ਹੈ। ਨਿਯਮ ਇਹ ਹੈ ਕਿ ਸਮਾਨ ਚੀਜ਼ਾਂ ਵੱਲ ਆਕਰਸ਼ਿਤ ਕਰਦੀਆਂ ਹਨ। ਨਤੀਜਤਨ ਮਾਨਸਿਕ ਨਜ਼ਰੀਆ ਸਦਾ ਆਪਣੀ ਪ੍ਰਕਿਰਤੀ ਦੇ ਅਨੁਰੂਪ ਸਥਿਤੀਆਂ ਨੂੰ ਆਕਰਸ਼ਿਤ ਕਰੇਗਾ। ਚਾਰਲਸ ਹਾਨੇਲ, ਜੋ 1866 ਤੋਂ 1949 ਤੱਕ ਸੀ, ਅਨੁਸਾਰ ਵਿਚਾਰ ਚੁੰਬਕੀ ਹੁੰਦੇ ਹਨ ਤੇ ਵਿਚਾਰਾਂ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ। ਜਦੋਂ ਤੁਸੀਂ ਸੋਚਦੇ ਹੋ ਤਾਂ ਉਹ ਵਿਚਾਰ ਸੰਪ੍ਰੇਸ਼ਿਤ ਹੋ ਕੇ ਬ੍ਰਹਿਮੰਡ 'ਚ ਪਹੁੰਚ ਜਾਂਦੇ ਹਨ ਤੇ ਚੁੰਬਕ ਵਾਂਗ ਸਮਾਨ ਫ੍ਰੀਕੁਐਂਸੀ ਵਾਲੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹਨ। ਹਰ ਭੇਜੀ ਗਈ ਚੀਜ਼ ਸਰੋਤ ਤੱਕ ਮੁੜਦੀ ਹੈ ਤੇ ਉਹ ਸਰੋਤ ਤੁਸੀਂ ਹੋ। ਇਸ ਬਾਰੇ ਇਸ ਤਰ੍ਹਾਂ ਸੋਚੋ। ਅਸੀਂ ਜਾਣਦੇ ਹਾਂ ਕਿ ਕਿਸੇ ਟੈਲੀਵਿਜ਼ਨ ਸਟੇਸ਼ਨ ਦਾ ਟਰਾਂਸਮਿਸ਼ਨ ਟਾਵਰ ਇੱਕ ਫ੍ਰੀਕੁਐਂਸੀ ਤੇ ਬ੍ਰਾਡਕਾਸਟ ਕਰਦਾ ਹੈ, ਜਿਹੜੀਆਂ ਤੁਹਾਡੇ ਟੈਲੀਵਿਜ਼ਨ ਦੀਆਂ ਤਸਵੀਰਾਂ 'ਚ ਬਦਲ ਜਾਂਦੀਆਂ ਹਨ। ਸੱਚ ਤਾਂ ਇਹ ਹੈ ਕਿ ਸਾਡੇ 'ਚੋਂ ਜ਼ਿਆਦਾਤਰ ਲੋਕ ਇਹ ਸਮਝ ਨਹੀਂ ਪਾਉਂਦੇ ਕਿ ਕਿਵੇਂ ਹੁੰਦਾ ਹੈ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਹਰ ਚੈਨਲ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ ਤੇ ਜਦੋਂ ਅਸੀਂ ਉਸ ਫ੍ਰੀਕੁਐਂਸੀ ਦੇ ਚੈਨਲ ਸੈੱਟ ਕਰਦੇ ਹਾਂ ਤੇ ਅਸੀਂ ਆਪਣੇ ਟੈਲੀਵਿਜ਼ਨ 'ਤੇ ਤਸਵੀਰਾਂ ਵੇਖਣ ਲੱਗਦੇ ਹਾਂ। ਅਸੀਂ ਚੈਨਲ ਚੁਣ ਕੇ ਫ੍ਰੀਕੁਐਂਸੀ ਚੁਣਦੇ ਹਾਂ ਤੇ ਇਸ ਤੋਂ ਬਾਅਦ ਸਾਨੂੰ ਉਸ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੀਆਂ ਤਸਵੀਰਾਂ ਮਿਲਦੀਆਂ। ਜੇਕਰ ਅਸੀਂ ਆਪਣੇ ਟੈਲੀਵਿਜ਼ਨ 'ਤੇ ਵੱਖਰੀਆਂ ਤਸਵੀਰਾਂ ਵੇਖਣਾ ਚਾਹੁੰਦੇ ਹਾਂ ਤਾਂ ਅਸੀਂ ਚੈਨਲ ਬਦਲ ਦਿੰਦੇ ਹਾਂ ਤੇ ਉਹਨੂੰ ਨਵੀਂ ਫ੍ਰੀਕੁਐਂਸੀ 'ਤੇ ਸੈੱਟ ਕਰ ਦਿੰਦੇ ਹਾਂ। ਤੁਸੀਂ ਮਾਨਵੀ ਟਰਾਂਸਮਿਸ਼ਨ ਟਾਵਰ ਹੋ ਤੇ ਧਰਤੀ 'ਤੇ ਬਣੇ ਕਿਸੇ ਵੀ ਟੈਲੀਵਿਜ਼ਨ ਟਾਵਰ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋ। ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟਰਾਂਸਮਿਸ਼ਨ ਟਾਵਰ ਹੋ। ਤੁਹਾਡਾ ਟਰਾਂਸਮਿਸ਼ਨ ਤੁਹਾਡੇ ਜੀਵਨ ਤੇ ਸੰਸਾਰ ਦੀ ਰਚਨਾ ਕਰਦਾ ਹੈ। ਤੁਹਾਡੇ ਵੱਲੋਂ ਪ੍ਰਸਾਰਿਤ ਫ੍ਰੀਕੁਐਂਸੀ ਸ਼ਹਿਰਾਂ, ਦੇਸ਼ਾਂ, ਸੰਸਾਰ ਦੇ ਪਾਰ ਪਹੁੰਚ ਜਾਂਦੀ ਹੈ। ਉਹ ਸਾਰੇ ਬ੍ਰਹਿਮੰਡ 'ਚ ਗੂੰਜਣ ਲੱਗਦੀ ਹੈ ਤੇ ਉਸ ਫ੍ਰੀਕੁਐਂਸੀ ਨੂੰ ਤੁਸੀਂ ਆਪਣੇ ਵਿਚਾਰਾਂ ਨਾਲ ਹੀ ਪ੍ਰਸਾਰਿਤ ਕਰ ਰਹੇ ਹੋ। ਤੁਹਾਡੇ ਵਿਚਾਰਾਂ ਦੇ ਪ੍ਰਸਾਰਨ ਨਾਲ ਤੁਹਾਨੂੰ ਜਿਹੜੀਆਂ ਤਸਵੀਰਾਂ ਮਿਲਦੀਆਂ ਹਨ ਉਹ ਤੁਹਾਡੇ ਲਿਵਿੰਗ ਰੂਮ ਦੇ ਟੈਲੀਵਿਜ਼ਨ ਸਕਰੀਨ 'ਤੇ ਨਹੀਂ ਦਿਖਦੀਆਂ। ਉਹ ਤਸਵੀਰਾਂ ਤਾਂ ਤੁਹਾਡੇ ਜੀਵਨ 'ਚ ਦਿਖਦੀਆਂ ਹਨ। ਤੁਹਾਡੇ ਵਿਚਾਰ ਫ੍ਰੀਕੁਐਂਸੀ ਸੈੱਟ ਕਰਦੇ ਹਨ, ਉਸ ਫ੍ਰੀਕੁਐਂਸੀ 'ਤੇ ਮੌਜੂਦ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹਨ ਤੇ ਫਿਰ ਤੁਹਾਡੇ ਵਿਚਾਰਾਂ ਨੂੰ ਜੀਵਨ ਦੀਆਂ ਤਸਵੀਰਾਂ ਦੇ ਤੌਰ 'ਤੇ ਤੁਹਾਡੇ ਵੱਲ ਪ੍ਰਸਾਰਿਤ ਕਰ ਦਿੰਦੇ ਹਨ। ਜੇ ਤੁਸੀਂ ਆਪਣੇ ਜੀਵਨ ਦੀ ਕਿਸੇ ਵੀ ਚੀਜ਼ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਡੇ ਵਿਚਾਰ ਬਦਲ ਕੇ ਚੈਨਲ ਤੇ ਫ੍ਰੀਕੁਐਂਸੀ ਬਦਲ ਦਿਓ। ਮਾਨਸਿਕ ਸ਼ਕਤੀਆਂ ਦੀ ਥਿੜਕਣ ਬ੍ਰਹਿਮੰਡ 'ਚ ਸਭ ਤੋਂ ਵਧੀਆ ਤੇ ਸਭ ਤੋਂ ਸ਼ਕਤੀਸ਼ਾਲੀ ਹੁੰਦੀ ਹੈ। ਚਾਰਲਸ ਹਾਨੇਲ। ਬੌਬ ਪ੍ਰੈਕਟਰ ਅਨੁਸਾਰ, ਜੇ ਤੁਸੀਂ ਸਮਰਿੱਧ ਜੀਵਨ ਜਿਉਣ ਦੀ ਕਲਪਨਾ ਕਰੋਗੇ ਤਾਂ ਤੁਸੀਂ ਇਹਨੂੰ ਆਕਰਸ਼ਿਤ ਕਰ ਲਓਗੇ। ਇਹ ਸਿਧਾਂਤ ਹਰ ਵਾਰ ਹਰ ਇਨਸਾਨ ਦੇ ਮਾਮਲੇ 'ਚ ਕੰਮ ਕਰਦਾ ਹੈ। ਜਦੋਂ ਤੁਸੀਂ ਆਪਣਾ ਸਮਰਿੱਧ ਜੀਵਨ ਦੀ ਕਲਪਨਾ ਕਰਦੇ ਹੋ ਤਾਂ ਤੁਸੀਂ ਆਕਰਸ਼ਣ ਦੇ ਨਿਯਮ ਦੁਆਰਾ ਪ੍ਰਬਲ ਤੇ ਸਚੇਤਨ ਤੌਰ 'ਤੇ ਆਪਣੇ ਜੀਵਨ ਦਾ ਨਿਰਮਾਣ ਕਰ ਰਹੇ ਹੁੰਦੇ ਹੋ। ਇਹ ਕੰਮ ਇੰਨਾ ਹੀ ਸੌਖਾ ਹੈ, ਲੇਕਿਨ ਫਿਰ ਸਭ ਤੋਂ ਸਪਸ਼ਟ ਸਵਾਲ ਆਉਂਦਾ ਹੈ, ਹਰ ਵਿਅਕਤੀ ਆਪਣੇ ਸੁਪਨਿਆਂ ਦੀ ਜ਼ਿੰਦਗੀ ਕਿਉਂ ਨਹੀਂ ਜੀ ਰਿਹਾ? ਮਾੜੇ ਦੀ ਬਜਾਏ ਚੰਗੇ ਨੂੰ ਆਕਰਸ਼ਿਤ ਕਰੋ।
ਜੌਨ ਅਸਾਰਫ ਅਨੁਸਾਰ ਇਹੀ ਸਮੱਸਿਆ ਹੈ। ਜ਼ਿਆਦਾਤਰ ਲੋਕ ਇਸ ਬਾਰੇ ਸੋਚ ਰਹੇ ਹਨ ਕਿ ਉਹ ਕੀ ਨਹੀਂ ਚਾਹੁੰਦੇ, ਫਿਰ ਇਸ ਗੱਲ ਤੇ ਹੈਰਾਨ ਹੋ ਰਹੇ ਹਨ ਕਿ ਉਹਨਾਂ ਦੇ ਨਾਲ ਬਾਰ-ਬਾਰ ਮਾੜੀਆਂ ਚੀਜ਼ਾਂ ਕਿਉਂ ਹੁੰਦੀਆਂ ਹਨ। ਲੋਕਾਂ ਨੂੰ ਉਹਨਾਂ ਦੀ ਮਨਚਾਹੀ ਚੀਜ਼ਾਂ ਨਾ ਮਿਲਣ ਦਾ ਇਕੱਲਾ ਕਾਰਨ ਇਹ ਹੈ ਕਿ ਉਹ ਇਸ ਬਾਰੇ ਜ਼ਿਆਦਾ ਸੋਚ ਰਹੇ ਹਨ ਕਿ ਉਹ ਕੀ ਨਹੀਂ ਚਾਹੁੰਦੇ, ਬਜਾਏ ਇਹਦੇ ਕਿ ਉਹ ਕੀ ਚਾਹੁੰਦੇ ਹਨ। ਆਪਣੇ ਵਿਚਾਰਾਂ ਤੇ ਗੌਰ ਕਰੋ ਤੇ ਆਪਣੇ ਸ਼ਬਦਾਂ ਨੂੰ ਸੁਣੋ। ਨਿਯਮ ਅਮਿੱਟ ਹਨ ਤੇ ਇਸ 'ਚ ਕਿਤੇ ਗਲਤੀ ਨਹੀਂ ਹੁੰਦੀ। ਮਨੁੱਖ ਜਾਤੀ 'ਚ ਸਦੀਆਂ ਤੋਂ ਇੱਕ ਮਹਾਮਾਰੀ ਫੈਲੀ ਹੋਈ ਹੈ, ਜਿਹੜੀ ਪਲੇਗ ਤੋਂ ਜ਼ਿਆਦਾ ਬਦਤਰ ਹੈ। ਇਹ ਨਹੀਂ ਚਾਹੁੰਦਾ ਦੀ ਵੀ ਮਹਾਮਾਰੀ ਹੈ। ਲੋਕ ਇਸ ਮਹਾਮਾਰੀ ਨੂੰ ਸੁਰਜੀਤ ਰੱਖਦੇ ਆ ਜਦੋਂ ਇਹਨਾਂ ਚੀਜ਼ਾਂ ਤੇ ਪ੍ਰਬਲਤਾ ਨਾਲ ਸੋਚਦੇ, ਬੋਲਦੇ, ਕੰਮ ਕਰਦੇ, ਧਿਆਨ ਕੇਂਦਰਿਤ ਕਰਦੇ ਹੈ ਜਿਨ੍ਹਾਂ ਨੂੰ ਉਹ ਨਹੀਂ ਚਾਹੁੰਦੇ। ਲੇਕਿਨ ਇਹ ਪੀੜ੍ਹੀ ਇਤਿਹਾਸ ਬਦਲ ਦੇਗੀ, ਕਿਉਂਕਿ ਸਾਨੂੰ ਉਹ ਗਿਆਨ ਮਿਲ ਰਿਹਾ ਹੈ ਜਿਹੜਾ ਇਸ ਮਹਾਮਾਰੀ ਤੋਂ ਮੁਕਤੀ ਦਿਵਾ ਸਕਦਾ ਹੈ। ਇਹ ਤੁਹਾਡੇ ਤੋਂ ਆਰੰਭ ਹੁੰਦਾ ਹੈ ਤੇ ਅਸੀਂ ਨਵੇਂ ਵਿਚਾਰਕ ਅੰਦੋਲਨ ਦੇ ਆਗੂ ਬਣ ਸਕਦੇ ਹਾਂ। ਇਸ ਲਈ ਤੁਹਾਨੂੰ ਬਸ ਉਹ ਸੋਚਣਾ ਤੇ ਬੋਲਣਾ ਹੈ ਜਿਹੜਾ ਤੁਸੀਂ ਚਾਹੁੰਦੇ ਹੋ। ਬੌਬ ਡਾਇਲ ਅਨੁਸਾਰ ਆਕਰਸ਼ਣ ਦਾ ਨਿਯਮ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਚੰਗਾ ਮੰਨਦੇ ਹੋ ਜਾਂ ਮਾੜਾ, ਤੁਸੀਂ ਉਹਨੂੰ ਚਾਹੁੰਦੇ ਹੋ ਜਾਂ ਨਹੀਂ। ਇਹ ਨਿਯਮ ਤਾਂ ਤੁਹਾਡੇ ਵਿਚਾਰਾਂ ਤੇ ਪ੍ਰਤੀਕਿਰਿਆ ਕਰਦਾ ਹੈ। ਇਸ ਲਈ ਜੇ ਤੁਸੀਂ ਕਰਜ਼ੇ ਦੇ ਪਹਾੜ ਨੂੰ ਦੇਖ ਕੇ ਮਾੜਾ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਬ੍ਰਹਿਮੰਡ ਨੂੰ ਇਹ ਸੰਕੇਤ ਭੇਜ ਰਹੇ ਹੋ, ਮੈਂ ਇੰਨੇ ਭਾਰੀ ਕਰਜ਼ ਤੋਂ ਬੁਰਾ ਮਹਿਸੂਸ ਕਰ ਰਿਹਾ ਹਾਂ। ਤੁਸੀਂ ਆਪਣੇ ਆਪ ਨੂੰ ਇਹ ਗੱਲ ਦ੍ਰਿੜਤਾ ਨਾਲ ਕਹਿ ਰਹੇ ਹੋ। ਤੁਸੀਂ ਇਹਨੂੰ ਆਪਣੀ ਹੋਂਦ ਦੇ ਹਰ ਪੱਧਰ ਤੇ ਮਹਿਸੂਸ ਕਰ ਰਹੇ ਹੋ। ਨਤੀਜਾ ਤੁਹਾਨੂੰ ਇਹੀ ਚੀਜ਼ ਹੋਰ ਜ਼ਿਆਦਾ ਮਿਲੇਗੀ। ਆਕਰਸ਼ਣ ਦਾ ਨਿਯਮ ਕੁਦਰਤੀ ਨਿਯਮ ਹੈ। ਇਹ ਨਿਰਪੱਖ ਹੈ ਤੇ ਚੰਗੀਆਂ ਜਾਂ ਮਾੜੀਆਂ ਚੀਜ਼ਾਂ 'ਚ ਫਰਕ ਨਹੀਂ ਕਰਦਾ। ਇਹ ਤੁਹਾਡੇ ਵਿਚਾਰਾਂ ਨੂੰ ਤੁਹਾਡੇ ਜੀਵਨ 'ਚ ਸਾਕਾਰ ਕਰ ਦਿੰਦਾ ਹੈ। ਤੁਸੀਂ ਜਿਸ ਬਾਰੇ ਵੀ ਸੋਚਦੇ ਹੋ, ਆਕਰਸ਼ਣ ਦਾ ਨਿਯਮ ਤੁਹਾਨੂੰ ਉਹੀ ਦਿੰਦਾ ਹੈ। ਲੀਸਾ ਨਿਕੋਲਸ ਅਨੁਸਾਰ, ਜੋ ਲੇਖਿਕਾ ਤੇ ਵਿਅਕਤੀਗਤ ਸਸ਼ਕਤੀਕਰਨ ਵਿਸ਼ੇਸ਼ੱਗ ਹੈ, ਆਕਰਸ਼ਣ ਦਾ ਨਿਯਮ ਸੱਚਮੁੱਚ ਆਗਿਆਕਾਰੀ ਹੈ। ਜਦੋਂ ਤੁਸੀਂ ਆਪਣੀ ਮਨਚਾਹੀ ਚੀਜ਼ਾਂ ਬਾਰੇ ਸੋਚਦੇ ਹੋ ਤਾਂ ਪੂਰੇ ਇਰਾਦੇ ਨਾਲ ਉਸ ਤੇ ਧਿਆਨ ਕੇਂਦਰਿਤ ਕਰਦੇ ਹੋ ਤਾਂ ਆਕਰਸ਼ਣ ਤੁਹਾਨੂੰ ਤੁਹਾਡੀ ਮਨਚਾਹੀ ਚੀਜ਼ ਦੇਵੇਗਾ। ਹਰ ਵਾਰ ਜਦੋਂ ਤੁਸੀਂ ਉਹਨਾਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਨਹੀਂ ਚਾਹੁੰਦੇ, ਮੈਂ ਦੇਰੀ ਨਾਲ ਨਹੀਂ ਪੁੱਜਣਾ ਚਾਹੁੰਦਾ, ਮੈਂ ਦੇਰੀ ਨਾਲ ਨਹੀਂ ਪਹੁੰਚਣਾ ਚਾਹੁੰਦਾ, ਤਾਂ ਆਕਰਸ਼ਣ ਦੇ ਨਿਯਮ ਨੂੰ ਇਹ ਸੁਣਾਈ ਨਹੀਂ ਦਿੰਦਾ ਕਿ ਤੁਸੀਂ ਇਹਨੂੰ ਨਹੀਂ ਚਾਹੁੰਦੇ ਹੋ। ਉਹ ਤਾਂ ਬਸ ਉਹਨਾਂ ਚੀਜ਼ਾਂ ਨੂੰ ਪ੍ਰਗਟ ਕਰ ਦਿੰਦਾ ਜਿਨ੍ਹਾਂ ਬਾਰੇ ਤੁਸੀਂ ਸੋਚ ਰਹੇ ਹੋ। ਇਸ ਲਈ ਇੰਜ ਬਾਰ-ਬਾਰ ਤੇ ਹਰ ਵਾਰ ਹੁੰਦਾ ਹੈ। ਆਕਰਸ਼ਣ ਦਾ ਨਿਯਮ ਇੱਛਾ ਜਾਂ ਅਨਿੱਛਾ ਦਾ ਅੰਤਰ ਨਹੀਂ ਕਰਦਾ। ਜਦੋਂ ਤੁਸੀਂ ਕਿਸੇ ਚੀਜ਼ ਤੇ ਧਿਆਨ ਕੇਂਦਰਿਤ ਕਰਦੇ ਹੋ, ਭਾਵੇਂ ਉਹ ਜਿਹੜੀ ਵੀ ਹੋਵੇ, ਤਾਂ ਤੁਸੀਂ ਦਰਅਸਲ ਉਹਨੂੰ ਆਪਣੇ ਜੀਵਨ 'ਚ ਸਾਕਾਰ ਕਰ ਰਹੇ ਹੋ। ਜਦੋਂ ਤੁਸੀਂ ਆਪਣੀ ਕਿਸੇ ਮਨਚਾਹੀ ਚੀਜ਼ ਤੇ ਆਪਣਾ ਵਿਚਾਰ ਕੇਂਦਰਿਤ ਕਰਦੇ ਹੋ ਤੇ ਇਕਾਗਰਤਾ ਬਣਾਈ ਰੱਖਦੇ ਹੋ ਤਾਂ ਤੁਸੀਂ ਉਸ ਪਲ ਸ੍ਰਿਸ਼ਟੀ ਦੀ ਸਭ ਤੋਂ ਪ੍ਰਬਲ ਸ਼ਕਤੀ ਤੋਂ ਆਪਣੀ ਮਨਚਾਹੀ ਚੀਜ਼ ਨੂੰ ਬੁਲਾਵਾ ਦੇ ਰਹੇ ਹੋ। ਆਕਰਸ਼ਣ ਦਾ ਨਿਯਮ ਨਹੀਂ ਜਾਂ ਨਹੀਂ ਚਾਹੁੰਦਾ ਜਾਂ ਕਿਸੇ ਵੀ ਤਰ੍ਹਾਂ ਦੇ ਨਕਾਰਾਤਮਕ ਸ਼ਬਦਾਂ ਨੂੰ ਮਾਪ ਜਾਂ ਜੋਖ ਨਹੀਂ ਸਕਦਾ। ਜਦੋਂ ਤੁਸੀਂ ਨਕਾਰਾਤਮਕ ਸ਼ਬਦ ਬੋਲਦੇ ਹੋ ਤਾਂ ਆਕਰਸ਼ਣ ਦਾ ਨਿਯਮ ਇਹ ਸੁਣਦਾ ਹੈ, ਮੈਂ ਇਹਨਾਂ ਕੱਪੜਿਆਂ ਤੇ ਕੋਈ ਚੀਜ਼ ਨਹੀਂ ਵਹਾਉਣਾ ਚਾਹੁੰਦਾ। ਮਤਲਬ ਮੈਂ ਇਹਨਾਂ ਕੱਪੜਿਆਂ ਤੇ ਕੋਈ ਚੀਜ਼ ਵਹਾਉਣਾ ਚਾਹੁੰਦਾ ਤੇ ਇਸ ਤੋਂ ਇਲਾਵਾ ਵੀ ਬਹੁਤੀਆਂ ਚੀਜ਼ਾਂ ਵਹਾਉਣਾ ਚਾਹੁੰਦਾ ਹਾਂ। ਨੰਬਰ 2, ਮੈਂ ਮਾੜਾ ਹੇਅਰ ਕੱਟ ਨਹੀਂ ਚਾਹੁੰਦਾ। ਮਤਲਬ ਮੈਂ ਮਾੜਾ ਹੇਅਰ ਕੱਟ ਚਾਹੁੰਦਾ ਹਾਂ। ਤੀਸਰਾ, ਮੈਂ ਨਹੀਂ ਚਾਹੁੰਦਾ ਕਿ ਮੈਨੂੰ ਦੇਰ ਹੋ ਜਾਏ। ਬਣਦਾ ਕੀ ਹੈ? ਮੈਂ ਚਾਹੁੰਦਾ ਕਿ ਮੈਨੂੰ ਦੇਰ ਹੋ ਜਾਏ। ਚੌਥਾ, ਮੈਂ ਨਹੀਂ ਚਾਹੁੰਦਾ ਕਿ ਉਹ ਵਿਅਕਤੀ ਮੇਰੇ ਨਾਲ ਬਦਤਮੀਜ਼ੀ ਨਾਲ ਪੇਸ਼ ਆਏ। ਬਣਦਾ ਕੀ ਹੈ? ਮੈਂ ਚਾਹੁੰਦਾ ਕਿ ਉਹ ਵਿਅਕਤੀ ਤੇ ਹੋਰ ਵਿਅਕਤੀ ਮੇਰੇ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣ। ਪੰਜਵਾਂ, ਮੈਂ ਨਹੀਂ ਚਾਹੁੰਦਾ ਕਿ ਰੈਸਟੋਰੈਂਟ ਵਾਲੇ ਸਾਡੀ ਟੇਬਲ ਕਿਸੇ ਹੋਰ ਨੂੰ ਦੇ ਦੇਣ। ਮੈਂ ਚਾਹੁੰਦਾ ਕਿ ਰੈਸਟੋਰੈਂਟ ਵਾਲੇ ਸਾਡੀ ਟੇਬਲ ਕਿਸੇ ਹੋਰ ਨੂੰ ਦੇ ਦੇਣ। ਮੈਂ ਨਹੀਂ ਚਾਹੁੰਦਾ ਕਿ ਜੁੱਤੀ ਕੱਟੇ। ਮੈਂ ਚਾਹੁੰਦਾ ਕਿ ਜੁੱਤੀ ਕੱਟੇ। ਮੈਂ ਇਸ ਕੰਮ ਨੂੰ ਨਹੀਂ ਸੰਭਾਲ ਸਕਦਾ। ਮੈਂ ਇਹ ਤੋਂ ਇਲਾਵਾ ਵੀ ਇਹੋ ਜਿਹੇ ਬਹੁਤੇ ਕੰਮ ਚਾਹੁੰਦਾ ਜਿਨ੍ਹਾਂ ਨੂੰ ਮੈਂ ਨਹੀਂ ਸੰਭਾਲ ਸਕਦਾ। ਮੈਂ ਫਲੂ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ। ਮਤਲਬ ਮੈਂ ਫਲੂ ਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਚਾਹੁੰਦਾ। ਮੈਂ ਬਹਿਸ ਨਹੀਂ ਕਰਨਾ ਚਾਹੁੰਦਾ। ਮੈਂ ਹੋਰ ਜ਼ਿਆਦਾ ਬਹਿਸ ਕਰਨਾ ਚਾਹੁੰਦਾ। ਮੇਰੇ ਨਾਲ ਇਸ ਤਰ੍ਹਾਂ ਨਾ ਬੋਲੋ। ਮਤਲਬ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਨਾਲ ਇੰਝ ਬੋਲੋ ਤੇ ਹੋਰ ਲੋਕ ਵੀ ਮੇਰੇ ਨਾਲ ਇਸ ਤਰ੍ਹਾਂ ਹੀ ਬੋਲਣ। ਆਕਰਸ਼ਣ ਦਾ ਨਿਯਮ ਤੁਹਾਨੂੰ ਉਹੀ ਦੇ ਰਿਹਾ ਜਿਸ ਬਾਰੇ ਤੁਸੀਂ ਸੋਚ ਰਹੇ ਹੋ। ਵਕਤ ਖਤਮ। ਬਾਬ ਪ੍ਰੋਕਟਰ ਅਨੁਸਾਰ ਆਕਰਸ਼ਣ ਦਾ ਨਿਯਮ ਹਮੇਸ਼ਾ ਕੰਮ ਕਰਦਾ ਹੈ, ਭਾਵੇਂ ਤੁਸੀਂ ਇਹ ਤੇ ਯਕੀਨ ਕਰਦੇ ਹੋ ਜਾਂ ਨਹੀਂ, ਭਾਵੇਂ ਤੁਸੀਂ ਇਹਨੂੰ ਸਮਝਦੇ ਹੋ ਜਾਂ ਨਹੀਂ। ਆਕਰਸ਼ਣ ਦਾ ਨਿਯਮ ਉਤਪਤੀ ਦਾ ਨਿਯਮ ਹੈ। ਕੁਆਂਟਮ ਭੌਤਿਕ ਸ਼ਾਸਤਰੀ ਸਾਨੂੰ ਦੱਸਦੇ ਹਨ ਕਿ ਸਮੁੱਚਾ ਬ੍ਰਹਿਮੰਡ ਵਿਚਾਰ ਨਾਲ ਉਤਪੰਨ ਹੋਇਆ।
ਤੁਸੀਂ ਆਪਣੇ ਵਿਚਾਰਾਂ ਦੇ ਆਕਰਸ਼ਣ ਦੇ ਨਿਯਮ ਦੁਆਰਾ ਆਪਣੇ ਜੀਵਨ ਦਾ ਸਿਰਜਣ ਕਰ ਸਕਦੇ ਹੋ। ਹਰ ਵਿਅਕਤੀ ਇਹੀ ਕਰ ਰਿਹਾ ਹੈ। ਤੁਸੀਂ ਇਸ ਗੱਲ ਨੂੰ ਜਾਣੋ ਜਾਂ ਨਾ ਜਾਣੋ, ਇਹ ਹਮੇਸ਼ਾ ਸਕ੍ਰਿਆ ਹੈ। ਇਹ ਸਾਰੇ ਇਤਿਹਾਸ 'ਚ ਤੁਹਾਡੇ ਤੇ ਹਰ ਵਿਅਕਤੀ ਦੇ ਜੀਵਨ 'ਚ ਸਕ੍ਰਿਆ ਰਿਹਾ ਹੈ। ਜਦੋਂ ਤੁਸੀਂ ਇਸ ਮਹਾਨ ਨਿਯਮ ਨੂੰ ਜਾਣ ਲੈਂਦੇ ਹੋ, ਉਦੋਂ ਜਾ ਕੇ ਤੁਹਾਨੂੰ ਪਤਾ ਲੱਗਦਾ ਹੈ ਤੁਸੀਂ ਹੈਰਾਨੀਕੁੰਨ ਤੌਰ ਤੇ ਸ਼ਕਤੀਸ਼ਾਲੀ ਹੋ। ਤੁਸੀਂ ਸਿਰਫ ਸੋਚ ਕੇ ਆਪਣੇ ਜੀਵਨ 'ਚ ਕਿੰਨੀਆਂ ਸਾਰੀਆਂ ਨਿਆਮਤਾਂ ਲਿਆ ਸਕਦੇ ਹੋ। ਲੀਸਾ ਨਿਕੋਲਸ ਅਨੁਸਾਰ ਇਹ ਉਨਾ ਹੀ ਕੰਮ ਕਰਦਾ ਹੈ ਜਿੰਨਾ ਤੁਸੀਂ ਸੋਚਦੇ ਹੋ। ਜਦੋਂ ਵੀ ਤੁਹਾਡੇ ਵਿਚਾਰ ਪ੍ਰਵਾਹਿਤ ਹੁੰਦੇ ਹਨ, ਆਕਰਸ਼ਣ ਦਾ ਨਿਯਮ ਕੰਮ ਕਰਨ ਲੱਗਦਾ ਹੈ। ਜਦੋਂ ਤੁਸੀਂ ਅਤੀਤ ਬਾਰੇ ਸੋਚਦੇ ਹੋ ਤਾਂ ਆਕਰਸ਼ਣ ਦਾ ਨਿਯਮ ਕੰਮ ਕਰਨ ਲੱਗਦਾ ਹੈ। ਜਦੋਂ ਤੁਸੀਂ ਵਰਤਮਾਨ ਜਾਂ ਭਵਿੱਖ ਬਾਰੇ ਸੋਚਦੇ ਹੋ, ਆਕਰਸ਼ਣ ਦਾ ਨਿਯਮ ਕੰਮ ਕਰਨ ਲੱਗਦਾ ਹੈ। ਇਹ ਇੱਕ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ। ਕੋਈ ਪੌਜ਼ ਬਟਨ ਨਹੀਂ ਹੁੰਦਾ, ਕੋਈ ਸਟਾਪ ਬਟਨ ਨਹੀਂ। ਤੁਹਾਡੇ ਵਿਚਾਰਾਂ ਵਾਂਗ ਇਹ ਵੀ ਹਮੇਸ਼ਾ ਸਕ੍ਰਿਆ ਰਹਿੰਦਾ ਹੈ, ਚਾਹੇ ਤੁਹਾਨੂੰ ਇਹਦਾ ਅਹਿਸਾਸ ਹੋਵੇ ਜਾਂ ਨਾ ਹੋਵੇ। ਅਸੀਂ ਜ਼ਿਆਦਾਤਰ ਸਮਾਂ ਸੋਚਦੇ ਰਹਿੰਦੇ ਹਾਂ। ਜਦੋਂ ਤੁਸੀਂ ਕਿਸੇ ਨੂੰ ਬੋਲਦੇ ਜਾਂ ਸੁਣਦੇ ਹੋ ਤਾਂ ਵੀ ਸੋਚ ਰਹੇ ਹੋ। ਜਦੋਂ ਤੁਸੀਂ ਅਖਬਾਰ ਪੜ੍ਹਦੇ ਜਾਂ ਟੈਲੀਵਿਜ਼ਨ ਵੇਖਦੇ ਹੋ ਤਾਂ ਵੀ ਸੋਚ ਰਹੇ ਹੋ। ਜਦੋਂ ਤੁਸੀਂ ਅਤੀਤ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹੋ ਤਾਂ ਵੀ ਸੋਚ ਰਹੇ ਹੋ। ਜਦੋਂ ਤੁਸੀਂ ਭਵਿੱਖ ਬਾਰੇ ਵਿਚਾਰ ਕਰਦੇ ਹੋ ਤਾਂ ਤੁਸੀਂ ਸੋਚ ਰਹੇ ਹੋ। ਜਦੋਂ ਤੁਸੀਂ ਕਾਰ ਚਲਾਉਂਦੇ ਹੋ ਤਾਂ ਸੋਚ ਰਹੇ ਹੋ। ਸਾਡੇ 'ਚੋਂ ਜ਼ਿਆਦਾਤਰ ਲੋਕਾਂ ਦਾ ਸੋਚਣਾ ਉਦੋਂ ਬੰਦ ਹੁੰਦਾ ਜਦੋਂ ਅਸੀਂ ਸੌਂ ਜਾਂਦੇ ਹਾਂ। ਬਹਿਰਹਾਲ ਨੀਂਦਰ 'ਚ ਵੀ ਆਕਰਸ਼ਣ ਦੀਆਂ ਸ਼ਕਤੀਆਂ ਸੌਣ ਤੋਂ ਪਹਿਲਾਂ ਤੇ ਸਾਡੇ ਆਖਰੀ ਵਿਚਾਰਾਂ ਤੇ ਕੰਮ ਕਰਦੀਆਂ ਹਨ। ਇਸ ਲਈ ਸੌਣ ਤੋਂ ਪਹਿਲਾਂ ਚੰਗੇ ਵਿਚਾਰ ਸੋਚੋ। ਮਾਈਕਲ ਬਰਨਾਰਡ ਬੇਕਵਿਥ ਅਨੁਸਾਰ ਸਿਰਜਣਾ ਹਮੇਸ਼ਾ ਹੋ ਰਹੀ ਹੈ। ਜਦੋਂ ਵੀ ਕਿਸੇ ਵਿਅਕਤੀ ਦੇ ਮਨ 'ਚ ਕੋਈ ਵਿਚਾਰ ਆਉਂਦਾ ਹੈ ਤਾਂ ਉਸ ਦੇ ਕੋਲ ਸੋਚਣ ਦਾ ਸਦੀਵੀ ਨਜ਼ਰੀਆ ਹੁੰਦਾ ਹੈ, ਤਾਂ ਉਹ ਸਿਰਜਣਾ ਕਰ ਰਿਹਾ ਹੈ। ਉਹਨਾਂ ਵਿਚਾਰਾਂ ਨਾਲ ਕੋਈ ਚੀਜ਼ ਪ੍ਰਗਟ ਹੋਣ ਵਾਲੀ ਹੈ। ਤੁਸੀਂ ਇਸ ਵੇਲੇ ਜੋ ਸੋਚ ਰਹੇ ਹੋ ਉਸ ਨਾਲ ਤੁਸੀਂ ਆਪਣੇ ਭਾਵੀ ਜੀਵਨ ਦੀ ਰਚਨਾ ਕਰ ਰਹੇ ਹੋ। ਤੁਸੀਂ ਆਪਣੇ ਵਿਚਾਰਾਂ ਨਾਲ ਆਪਣੇ ਜੀਵਨ ਦਾ ਨਿਰਮਾਣ ਕਰ ਰਹੇ ਹੋ। ਕਿਉਂਕਿ ਤੁਸੀਂ ਹਮੇਸ਼ਾ ਸੋਚ ਰਹੇ ਹੋ, ਇਸ ਲਈ ਤੁਸੀਂ ਸਦਾ ਨਿਰਮਾਣ ਕਰ ਰਹੇ ਹੋ। ਤੁਸੀਂ ਜਿਹਦੇ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ ਜਾਂ ਜਿਸ ਦੇ ਸਭ ਤੋਂ ਜ਼ਿਆਦਾ ਧਿਆਨ ਕੇਂਦਰਿਤ ਕਰਦੇ ਹੋ, ਉਹੀ ਤੁਹਾਡੇ ਜੀਵਨ 'ਚ ਪ੍ਰਗਟ ਹੋਏਗਾ। ਪ੍ਰਕਿਰਤੀ ਦੇ ਸਾਰੇ ਨਿਯਮਾਂ ਵਾਂਗ ਇਹ ਨਿਯਮ ਵੀ ਬਿਲਕੁਲ ਅਚੂਕ ਹੈ। ਤੁਸੀਂ ਆਪਣੇ ਜੀਵਨ ਦੀ ਰਚਨਾ ਕਰਦੇ ਹੋ। ਤੁਸੀਂ ਜੋ ਬੀਜਿਆ ਉਹੀ ਕੱਟੋਗੇ। ਤੁਹਾਡੇ ਵਿਚਾਰ ਬੀਜ ਹਨ ਤੇ ਤੁਸੀਂ ਜਿਹੜੀ ਫਸਲ ਕੱਟੋਗੇ ਉਹ ਤੁਹਾਡੇ ਬੀਜੇ ਬੀਜਾਂ ਤੇ ਨਿਰਭਰ ਕਰੇਗੀ। ਜੇ ਤੁਸੀਂ ਸ਼ਿਕਾਇਤ ਕਰ ਰਹੇ ਹੋ ਤਾਂ ਆਕਰਸ਼ਣ ਦਾ ਨਿਯਮ ਪ੍ਰਬਲਤਾ ਨਾਲ ਕੰਮ ਕਰਕੇ ਤੁਹਾਡੇ ਜੀਵਨ 'ਚ ਇਹੋ ਜਿਹੀਆਂ ਹੋਰ ਜ਼ਿਆਦਾ ਸਥਿਤੀਆਂ ਲੈ ਆਏਗਾ ਜਿਨ੍ਹਾਂ ਨਾਲ ਤੁਹਾਨੂੰ ਸ਼ਿਕਾਇਤ ਹੋਏਗੀ। ਜੇ ਤੁਸੀਂ ਕਿਸੇ ਦੀ ਵੇਦਨਾ ਇਕਾਗਰਤਾ ਨਾਲ ਸੁਣ ਰਹੇ ਹੋ, ਉਸ ਨਾਲ ਹਮਦਰਦੀ ਰੱਖ ਰਹੇ ਹੋ, ਉਸ ਨਾਲ ਸਹਿਮਤ ਹੋ ਰਹੇ ਹੋ, ਤਾਂ ਉਸੇ ਪਲ ਤੁਸੀਂ ਆਪਣੇ ਵੱਲ ਇਹੋ ਜਿਹੀਆਂ ਸਥਿਤੀਆਂ ਨੂੰ ਆਕਰਸ਼ਿਤ ਕਰ ਰਹੇ ਹੋ ਜਿਨ੍ਹਾਂ ਬਾਰੇ ਤੁਸੀਂ ਵੀ ਚਿੰਤਾ ਵਿਅਕਤ ਕਰੋਗੇ। ਤੁਹਾਡੇ ਵਿਚਾਰ ਜਿਸ ਚੀਜ਼ ਤੇ ਕੇਂਦਰਿਤ ਹੁੰਦੇ ਹਨ, ਇਹ ਨਿਯਮ ਤੁਹਾਡੇ ਵੱਲ ਠੀਕ ਉਹ ਚੀਜ਼ ਪ੍ਰਸਾਰਿਤ ਤੇ ਪ੍ਰਗਟ ਕਰਦਾ ਹੈ। ਇਸ ਸਸ਼ਕਤ ਗਿਆਨ ਨਾਲ ਤੁਸੀਂ ਆਪਣੇ ਸੋਚਣ ਦਾ ਤਰੀਕਾ ਬਦਲ ਸਕਦੇ ਹੋ ਤੇ ਇਸ ਤਰ੍ਹਾਂ ਆਪਣੇ ਜੀਵਨ ਦੀ ਹਰ ਸਥਿਤੀ ਤੇ ਘਟਨਾ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹੋ। ਬਿਲ ਹੈਰਿਸ ਅਨੁਸਾਰ, ਜੋ ਸਿੱਖਿਅਕ ਤੇ ਸੈਂਟਰ ਪੁਆਇੰਟ ਰਿਸਰਚ ਇੰਸਟੀਚਿਊਟ ਦੇ ਮੁੱਢੀ ਹੈ, ਮੇਰਾ ਰੌਬਰਟ ਨਾਂ ਦਾ ਇੱਕ ਵਿਦਿਆਰਥੀ ਸੀ ਜਿਹੜਾ ਮੇਰਾ ਇੱਕ ਆਨਲਾਈਨ ਕੋਰਸ ਕਰ ਰਿਹਾ ਸੀ ਤੇ ਈਮੇਲ ਨਾਲ ਮੇਰੇ ਨਾਲ ਸੰਪਰਕ ਕਰ ਸਕਦਾ ਸੀ। ਰੌਬਰਟ ਸਮਲਿੰਗੀ ਸੀ। ਉਹਨੇ ਈਮੇਲਾਂ 'ਚ ਮੈਨੂੰ ਆਪਣੇ ਜੀਵਨ ਦੀ ਭਿਅੰਕਰ ਸੱਚਾਈ ਦੱਸੀ। ਕੰਪਨੀ 'ਚ ਉਸ ਨਾਲ ਕੰਮ ਕਰਨ ਵਾਲੇ ਲੋਕ ਉਹਨੂੰ ਸਮੂਹਕ ਤੌਰ ਤੇ ਸਤਾਉਂਦੇ ਸੀ। ਉਹ ਬੜੇ ਤਣਾਅ 'ਚ ਰਹਿੰਦਾ ਸੀ ਕਿਉਂਕਿ ਉਹਦੇ ਨਾਲ ਬਹੁਤ ਭੈੜਾ ਸਲੂਕ ਕਰਦੇ ਸੀ। ਜਦੋਂ ਸੜਕ ਤੇ ਚੱਲਦਾ ਸੀ ਤਾਂ ਉਹਨੂੰ ਹੋਮੋਫੋਬਿਕ ਲੋਕ ਘੇਰ ਲੈਂਦੇ ਸਨ ਜਿਹੜਾ ਕਿਸੇ ਤਰ੍ਹਾਂ ਨਾਲ ਉਹਦਾ ਅਪਮਾਨ ਕਰਨਾ ਚਾਹੁੰਦੇ ਸਨ। ਉਹ ਸਟੈਂਡ ਅਪ ਕਮੇਡੀਅਨ ਬਣਨਾ ਚਾਹੁੰਦਾ ਸੀ ਤੇ ਜਦੋਂ ਸਟੈਂਡ ਅਪ ਕਮੇਡੀ ਕਰਦਾ ਤਾਂ ਸਮਲਿੰਗੀ ਹੋਣ ਕਰਕੇ ਉਹਨੂੰ ਹਰ ਕੋਈ ਸਤਾਉਣ ਲੱਗਦਾ ਸੀ। ਉਹਦਾ ਜੀਵਨ ਬਹੁਤ ਦੁੱਖਾਂ ਤੇ ਤਕਲੀਫਾਂ ਨਾਲ ਭਰਿਆ ਪਿਆ ਸੀ। ਉਸ ਤੇ ਹੋਣ ਵਾਲੇ ਸਾਰੇ ਹਮਲੇ ਉਹਦੇ ਸਮਲਿੰਗੀ ਹੋਣ ਤੇ ਹੀ ਕੇਂਦਰਿਤ ਸਨ। ਮੈਂ ਉਹਨੂੰ ਦੱਸਿਆ ਕਿ ਉਹ ਉਹਨਾਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਜਿਨ੍ਹਾਂ ਨੂੰ ਉਹ ਨਹੀਂ ਚਾਹੁੰਦਾ ਸੀ। ਮੈਂ ਉਹਨੂੰ ਉਹਦਾ ਈਮੇਲ ਫਾਰਵਰਡ ਕਰਕੇ ਕਿਹਾ, ਇਹਨੂੰ ਦੁਬਾਰਾ ਪੜ੍ਹੋ। ਤੂੰ ਮੈਨੂੰ ਉਹ ਸਾਰੀਆਂ ਚੀਜ਼ਾਂ ਦੱਸ ਰਿਹਾ ਜਿਹੜੀ ਤੁਸੀਂ ਨਹੀਂ ਚਾਹੁੰਦੇ। ਮੈਂ ਜਾਣਦਾ ਕਿ ਇਸ ਬਾਰੇ ਤੁਹਾਡੀਆਂ ਭਾਵਨਾਵਾਂ ਬੜੀਆਂ ਪ੍ਰਬਲ ਹਨ। ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਤੇ ਬਹੁਤ ਜੋਸ਼ ਨਾਲ ਧਿਆਨ ਕੇਂਦਰਿਤ ਕਰਦਾ ਹੈ ਤਾਂ ਉਹ ਚੀਜ਼ ਜ਼ਿਆਦਾ ਛੇਤੀ ਹੁੰਦੀ ਹੈ। ਉਹਨੇ ਇਸ ਨਿਯਮ ਦਾ ਪਾਲਣ ਕਰਦੇ ਹੋਏ ਫੈਸਲਾ ਕੀਤਾ ਕਿ ਉਸੇ ਚੀਜ਼ ਤੇ ਧਿਆਨ ਕੇਂਦਰਿਤ ਕਰੇਗਾ ਜਿਹਨੂੰ ਉਹ ਚਾਹੁੰਦਾ ਹੈ। ਉਹਨੇ ਸੱਚਮੁੱਚ ਇਹਦੀ ਕੋਸ਼ਿਸ਼ ਕੀਤੀ। ਅਗਲੇ 6 ਤੋਂ 8 ਹਫ਼ਤਿਆਂ 'ਚ ਜੋ ਕੁਝ ਹੋਇਆ ਉਹ ਚਮਤਕਾਰ ਤੋਂ ਘੱਟ ਨਹੀਂ ਸੀ। ਆਫਿਸ ਦੇ ਜਿਹੜੇ ਸਹਿਕਰਮੀ ਉਹਨੂੰ ਪਰੇਸ਼ਾਨ ਕਰਦੇ ਸੀ,
ਉਹਨਾਂ ਦਾ ਜਾਂ ਤਾਂ ਕਿਸੇ ਹੋਰ ਵਿਭਾਗ 'ਚ ਤਬਾਦਲਾ ਹੋ ਗਿਆ, ਜਾਂ ਉਹਨਾਂ ਨੇ ਕੰਪਨੀ ਛੱਡ ਦਿੱਤੀ, ਜਾਂ ਉਹਨੂੰ ਪਰੇਸ਼ਾਨ ਕਰਨਾ ਛੱਡ ਦਿੱਤਾ। ਹੁਣ ਉਹਨੂੰ ਆਪਣੇ ਕੰਮ 'ਚ ਮਜ਼ਾ ਆਉਣ ਲੱਗਾ। ਹੁਣ ਸੜਕ ਤੇ ਚੱਲਣ ਵੇਲੇ ਉਹਨੂੰ ਕੋਈ ਨਹੀਂ ਸੀ ਸਤਾਉਂਦਾ। ਉਹ ਲੋਕ ਉੱਥੇ ਸਨ ਹੀ ਨਹੀਂ। ਜਦੋਂ ਸਟੈਂਡ ਅਪ ਕਾਮੇਡੀ ਕਰਦਾ ਤਾਂ ਲੋਕ ਤਾੜੀਆਂ ਵਜਾਉਂਦੇ, ਕੋਈ ਉਹਨੂੰ ਤੰਗ ਨਹੀਂ ਸੀ ਕਰਦਾ। ਉਹਦੀ ਜ਼ਿੰਦਗੀ ਇਸ ਲਈ ਬਦਲ ਗਈ ਕਿਉਂਕਿ ਉਹਨੇ ਆਪਣੇ ਮਨ ਭਾਉਂਦੀਆਂ ਚੀਜ਼ਾਂ ਤੇ ਧਿਆਨ ਕੇਂਦਰਿਤ ਕੀਤਾ ਤੇ ਉਹਨਾਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰਨਾ ਛੱਡ ਦਿੱਤਾ ਜਿਨ੍ਹਾਂ ਨੂੰ ਉਹ ਨਹੀਂ ਸੀ ਚਾਹੁੰਦਾ, ਜਿਨ੍ਹਾਂ ਕੋਲੋਂ ਡਰਦਾ ਸੀ ਜਾਂ ਜਿਨ੍ਹਾਂ ਕੋਲੋਂ ਬਚਣਾ ਚਾਹੁੰਦਾ ਸੀ। ਰੌਬਰਟ ਦੀ ਜ਼ਿੰਦਗੀ ਇਸ ਲਈ ਬਦਲੀ ਕਿਉਂਕਿ ਉਹਨੇ ਆਪਣੇ ਵਿਚਾਰਾਂ ਨੂੰ ਬਦਲ ਲਿਆ। ਉਹਨੇ ਬ੍ਰਹਿਮੰਡ 'ਚ ਇੱਕ ਵੱਖਰੀ ਫ੍ਰੀਕੁਐਂਸੀ ਭੇਜੀ। ਬ੍ਰਹਿਮੰਡ ਨੂੰ ਨਵੀਂ ਫ੍ਰੀਕੁਐਂਸੀ ਅਨੁਸਾਰ ਤਸਵੀਰਾਂ ਦੇਣੀਆਂ ਹੀ ਸਨ, ਚਾਹੇ ਸਥਿਤੀ ਕਿੰਨੀ ਵੀ ਅਸੰਭਵ ਦਿਖੇ। ਰੌਬਰਟ ਦੇ ਨਵੇਂ ਵਿਚਾਰਾਂ ਕਾਰਨ ਉਹਦੀ ਫ੍ਰੀਕੁਐਂਸੀ ਬਦਲ ਗਈ ਤੇ ਉਹਦੀ ਜ਼ਿੰਦਗੀ ਦੀਆਂ ਤਸਵੀਰਾਂ ਵੀ। ਤੁਹਾਡੀ ਜ਼ਿੰਦਗੀ ਤੁਹਾਡੇ ਹੱਥ 'ਚ ਹੈ। ਤੁਸੀਂ ਇਸ ਵਕਤ ਚਾਹੇ ਜਿੱਥੇ ਹੋਵੋ, ਤੁਹਾਡੇ ਜੀਵਨ 'ਚ ਭਾਵੇਂ ਜੋ ਕੁਝ ਹੋਇਆ ਹੋਵੇ, ਤੁਸੀਂ ਇਸੇ ਵਕਤ ਆਪਣੇ ਵਿਚਾਰ ਬਦਲ ਕੇ ਆਪਣੀ ਜ਼ਿੰਦਗੀ ਬਦਲ ਸਕਦੇ ਹੋ। ਨਿਰਾਸ਼ਾਜਨਕ ਸਥਿਤੀ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਤੁਹਾਡੀ ਜ਼ਿੰਦਗੀ ਦੀ ਹਰ ਸਥਿਤੀ ਬਦਲ ਸਕਦੀ ਹੈ। ਤੁਹਾਡੇ ਮਸਤਿਸ਼ਕ ਦੀ ਸ਼ਕਤੀ। ਮਾਈਕਲ ਬਰਨਾਰਡ ਬੇਕਵੇਥ ਅਨੁਸਾਰ ਤੁਸੀਂ ਉਹਨਾਂ ਪ੍ਰਬਲ ਵਿਚਾਰਾਂ ਨੂੰ ਆਕਰਸ਼ਿਤ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਆਪਣੀ ਜਾਗਰੂਕਤਾ 'ਚ ਦੇਖਦੇ ਹੋ, ਚਾਹੇ ਉਹ ਵਿਚਾਰ ਚੇਤਨ ਹੋਣ ਜਾਂ ਅਚੇਤਨ। ਇਹ ਮੁੱਢਲੀ ਗੱਲ ਹੈ। ਤੁਸੀਂ ਅੱਜ ਤੋਂ ਪਹਿਲਾਂ ਆਪਣੇ ਵਿਚਾਰਾਂ ਬਾਰੇ ਜਾਗਰੂਕ ਹੋਵੋ ਜਾਂ ਨਾ, ਲੇਕਿਨ ਹੁਣ ਤਾਂ ਤੁਸੀਂ ਜਾਗਰੂਕ ਹੋ ਚੁੱਕੇ ਹੋ। ਜਦੋਂ ਤੁਸੀਂ ਰਹੱਸ ਜਾਣ ਚੁੱਕੇ ਹੋ ਤੇ ਡੂੰਘੀ ਨੀਂਦਰ ਤੋਂ ਜਾਗ ਰਹੇ ਹੋ, ਹੁਣ ਤੁਸੀਂ ਜਾਗਰੂਕ ਬਣ ਰਹੇ ਹੋ ਗਿਆਨ ਬਾਰੇ, ਨਿਯਮ ਬਾਰੇ, ਉਸ ਸ਼ਕਤੀ ਬਾਰੇ ਜਿਹੜੀ ਤੁਹਾਡੇ ਵਿਚਾਰਾਂ 'ਚ ਹੈ। ਡਾਕਟਰ ਜੌਨ ਡੇ ਮਾਰਟਿਨੀ ਅਨੁਸਾਰ ਬਹੁਤ ਧਿਆਨ ਨਾਲ ਦੇਖਣ ਤੋਂ ਤੁਸੀਂ ਪਾਓਗੇ ਕਿ ਉਹ ਰਹੱਸ ਯਾਨੀ ਸਾਡੇ ਦਿਮਾਗ ਤੇ ਇਰਾਦਿਆਂ ਦੀ ਸ਼ਕਤੀ ਰੋਜ਼ਾਨਾ ਦੀ ਜ਼ਿੰਦਗੀ 'ਚ ਚਾਰੇ ਪਾਸੇ ਮੌਜੂਦ ਹੈ। ਸਾਨੂੰ ਤਾਂ ਬਸ ਆਪਣੀਆਂ ਅੱਖਾਂ ਖੋਲ ਕੇ ਵੇਖਣਾ ਹੀ ਹੈ। ਲੀਸਾ ਨਿਕੋਲਸ ਅਨੁਸਾਰ ਤੁਸੀਂ ਆਕਰਸ਼ਣ ਦੇ ਨਿਯਮ ਨੂੰ ਹਰ ਥਾਂ ਵੇਖ ਸਕਦੇ ਹੋ। ਤੁਸੀਂ ਹਰ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ। ਆਲੇ ਦੁਆਲੇ ਦੇ ਲੋਕ, ਨੌਕਰੀ, ਪ੍ਰਸਥਿਤੀਆਂ, ਸਿਹਤ, ਦੌਲਤ, ਕਰਜ਼, ਖੁਸ਼ੀ, ਤੁਹਾਡੀ ਕਾਰ, ਤੁਹਾਡਾ ਸਮਾਜ ਜਾਂ ਬਰਾਦਰੀ, ਤੇ ਤੁਸੀਂ ਇਹਨਾਂ ਸਾਰਿਆਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਿਆ। ਤੁਸੀਂ ਜਿਸ ਬਾਰੇ ਸੋਚਦੇ ਹੋ ਉਹਨੂੰ ਹਕੀਕਤ 'ਚ ਬਦਲ ਦਿੰਦੇ ਹੋ। ਤੁਹਾਡਾ ਸਾਰਾ ਜੀਵਨ ਤੁਹਾਡੇ ਦਿਮਾਗ 'ਚ ਘੁੰਮਣ ਵਾਲੇ ਵਿਚਾਰਾਂ ਦਾ ਪ੍ਰਗਟਾਵਾ ਹੈ। ਇਹ ਬ੍ਰਹਿਮੰਡ ਬਣਾਉਂਦਾ ਹੈ, ਹਟਾਉਂਦਾ ਨਹੀਂ। ਕੋਈ ਚੀਜ਼ ਆਕਰਸ਼ਣ ਦੇ ਨਿਯਮ ਤੋਂ ਪਰੇ ਨਹੀਂ। ਤੁਹਾਡੀ ਜ਼ਿੰਦਗੀ ਤੁਹਾਡੇ ਪ੍ਰਬਲ ਵਿਚਾਰਾਂ ਦਾ ਆਇਨਾ ਹੈ। ਇਸ ਧਰਤੀ ਤੇ ਮੌਜੂਦ ਸਾਰੇ ਜੀਵਤ ਪ੍ਰਾਣੀ ਆਕਰਸ਼ਣ ਦੇ ਨਿਯਮ ਰਾਹੀਂ ਕੰਮ ਕਰਦੇ ਹਨ। ਇਨਸਾਨਾਂ ਕੋਲ ਦਿਮਾਗ ਹੈ, ਵਿਵੇਕ ਹੈ। ਉਹ ਆਪਣੀ ਸੁਤੰਤਰ ਇੱਛਾ ਦਾ ਪ੍ਰਯੋਗ ਕਰਕੇ ਆਪਣੇ ਵਿਚਾਰ ਚੁਣ ਸਕਦੇ ਹਨ। ਉਹਨਾਂ ਕੋਲ ਨਿਰਣਾ ਕਰਨ ਤੇ ਆਪਣੇ ਮਾਨਸਿਕ ਵਿਚਾਰਾਂ ਨਾਲ ਆਪਣੇ ਜੀਵਨ ਦੀ ਸਿਰਜਣਾ ਕਰਨ ਦੀ ਸ਼ਕਤੀ ਹੁੰਦੀ ਹੈ। ਡਾਕਟਰ ਫਰੇਡ ਏਲਨ ਵੋਲਫ, ਕੁਆਂਟਮ ਭੌਤਿਕ ਸ਼ਾਸਤਰੀ, ਲੈਕਚਰਰ ਤੇ ਪੁਰਸਕਾਰ ਜੇਤੂ ਲੇਖਕ ਅਨੁਸਾਰ, ਮੈਂ ਖਿਆਲੀ ਪੁਲਾਅ ਜਾਂ ਖਿਆਲੀ ਪਾਗਲਪਨ ਦੇ ਨਜ਼ਰੀਏ ਨਾਲ ਤੁਹਾਨੂੰ ਇਹ ਗੱਲ ਨਹੀਂ ਕਹਿ ਰਿਹਾ। ਮੈਂ ਇਹ ਗੱਲ ਜ਼ਿਆਦਾ ਡੂੰਘੀ ਤੇ ਬੁਨਿਆਦੀ ਸੋਝੀ ਨਾਲ ਕਹਿ ਰਿਹਾ। ਕੁਆਂਟਮ ਫਿਜ਼ਿਕਸ ਇਸ ਖੋਜ ਵੱਲ ਸੱਚਮੁੱਚ ਇਸ਼ਾਰਾ ਕਰ ਰਿਹਾ ਹੈ। ਇਹਦਾ ਕਹਿਣਾ ਹੈ ਕਿ ਮਸਤਿਸ਼ਕ ਦੇ ਬਿਨਾਂ ਤੁਹਾਡੇ ਕੋਲ ਬ੍ਰਹਿਮੰਡ ਹੋ ਹੀ ਨਹੀਂ ਸਕਦਾ ਤੇ ਮਸਤਿਸ਼ਕ ਦਰਅਸਲ ਉਸ ਚੀਜ਼ ਦੇ ਆਕਾਰ ਦੇ ਰਿਹਾ ਜਿਸ ਬਾਰੇ ਸੋਚਿਆ ਜਾ ਰਿਹਾ ਹੈ। ਜੇ ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟਰਾਂਸਮਿਸ਼ਨ ਟਾਵਰ ਬਣਾਉਣ ਦੀ ਉਪਮਾ ਬਾਰੇ ਸੋਚੋ ਤਾਂ ਤੁਹਾਨੂੰ ਡਾਕਟਰ ਵੋਲਫ ਦੇ ਸ਼ਬਦਾਂ 'ਚ ਉਹਦੀ ਝਲਕ ਨਜ਼ਰ ਆ ਜਾਏਗੀ। ਤੁਹਾਡਾ ਮਸਤਿਸ਼ਕ ਜਿਹੋ ਜਿਹੇ ਵਿਚਾਰ ਸੋਚਦਾ ਹੈ ਤਿਹੋ ਜਿਹੀ ਤਸਵੀਰ ਜ਼ਿੰਦਗੀ ਦੇ ਅਨੁਭਵਾਂ ਦੇ ਰੂਪ 'ਚ ਤੁਹਾਡੇ ਵੱਲ ਪ੍ਰਸਾਰਿਤ ਹੁੰਦੀਆਂ ਹਨ। ਤੁਸੀਂ ਆਪਣੇ ਵਿਚਾਰਾਂ ਨਾਲ ਨਾ ਕੇਵਲ ਆਪਣੇ ਜੀਵਨ ਦੀ ਸਿਰਜਣਾ ਕਰਦੇ ਹੋ ਬਲਕਿ ਵਿਸ਼ਵ ਦੇ ਨਿਰਮਾਣ 'ਚ ਵੀ ਪ੍ਰਬਲ ਯੋਗਦਾਨ ਦਿੰਦੇ ਹੋ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਮਹੱਤਵਹੀਣ ਹੋ ਤੇ ਇਸ ਦੁਨੀਆ ਤੁਹਾਡੇ ਕੋਲ ਥੋੜੀ ਜਿਹੀ ਵੀ ਸ਼ਕਤੀ ਨਹੀਂ ਹੈ ਤਾਂ ਦੁਬਾਰਾ ਸੋਚ ਲਓ। ਸੱਚ ਤਾਂ ਇਹ ਹੈ ਕਿ ਤੁਹਾਡਾ ਮਸਤਿਸ਼ਕ ਤੁਹਾਡੇ ਆਲੇ ਦੁਆਲੇ ਹੀ ਦੁਨੀਆ ਨੂੰ ਆਕਾਰ ਦੇ ਰਿਹਾ ਹੈ। ਪਿਛਲੇ 80 ਸਾਲਾਂ 'ਚ ਕੁਆਂਟਮ ਭੌਤਿਕ ਸ਼ਾਸਤਰੀਆਂ ਨੇ ਚਮਤਕਾਰੀ ਕੰਮਾਂ ਤੇ ਖੋਜਾਂ ਕਾਰਨ ਹੁਣ ਅਸੀਂ ਮਾਨਵੀ ਮਸਤਿਸ਼ਕ ਦੀ ਅਸੀਮਤ ਸਿਰਜਣਾਤਮਕ ਸ਼ਕਤੀ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ। ਉਹਨਾਂ ਦੇ ਨਤੀਜੇ ਵਿਸ਼ਵ ਦੇ ਮਹਾਨਤਮ ਚਿੰਤਕਾਂ ਦੇ ਸ਼ਬਦਾਂ ਦੇ ਅਨੁਰੂਪ ਹੋਣ, ਜਿਨ੍ਹਾਂ 'ਚ ਕਾਰਨੇਗੀ, ਐਮਰਸਨ, ਸ਼ੇਕਸਪੀਅਰ, ਬੇਕਨ, ਕ੍ਰਿਸ਼ਨ ਤੇ ਬੁੱਧ ਸ਼ਾਮਲ ਹਨ। ਬੌਬ ਪ੍ਰੈਕਟਰ ਅਨੁਸਾਰ,
ਜੇ ਤੁਸੀਂ ਇਸ ਨਿਯਮ ਨੂੰ ਨਹੀਂ ਸਮਝਦੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਇਸ ਨੂੰ ਅਪਰਵਾਨ ਕਰ ਦੇਣਾ ਚਾਹੀਦਾ ਹੈ। ਹੋ ਸਕਦਾ ਹੈ ਤੁਸੀਂ ਬਿਜਲੀ ਨੂੰ ਨਹੀਂ ਸਮਝਦੇ ਹੋਵੋ, ਲੇਕਿਨ ਇਹਦੇ ਬਾਵਜੂਦ ਤੁਸੀਂ ਉਹ ਤੋਂ ਪ੍ਰਾਪਤ ਲਾਭਾਂ ਦਾ ਆਨੰਦ ਮਾਣਦੇ ਹੋ। ਮੈਂ ਨਹੀਂ ਜਾਣਦਾ ਕਿ ਬਿਜਲੀ ਕਿਵੇਂ ਕੰਮ ਕਰਦੀ ਹੈ, ਲੇਕਿਨ ਮੈਂ ਇਹ ਗੱਲ ਜਾਣਦਾ ਕਿ ਤੁਸੀਂ ਬਿਜਲੀ ਨਾਲ ਕਿਸੇ ਇਨਸਾਨ ਦਾ ਡਿਨਰ ਤਿਆਰ ਕਰ ਸਕਦੇ ਹੋ, ਤੁਸੀਂ ਉਸ ਇਨਸਾਨ ਨੂੰ ਵੀ ਪਕਾ ਸਕਦੇ ਹੋ। ਮਾਈਕਲ ਬਰਨਾਰਡ ਬੇਕਫਿਥ ਅਨੁਸਾਰ ਅਕਸਰ ਇਸ ਮਹਾਨ ਰਹੱਸ ਨੂੰ ਸਮਝਣ ਤੋਂ ਬਾਅਦ ਲੋਕ ਇਸ ਗੱਲ ਨਾਲ ਘਬਰਾ ਜਾਂਦੇ ਹਨ ਕਿ ਉਹਨਾਂ ਕੋਲ ਕਿੰਨੇ ਸਾਰੇ ਨਕਾਰਾਤਮਕ ਵਿਚਾਰ ਹਨ। ਉਹਨਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਬਤੌਰ ਵਿਗਿਆਨਕ ਇਹ ਸਾਬਤ ਹੋ ਚੁੱਕਾ ਹੈ ਕਿ ਸਕਾਰਾਤਮਕ ਵਿਚਾਰ ਨਕਾਰਾਤਮਕ ਵਿਚਾਰ ਨਾਲੋਂ ਸੈਂਕੜੇ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੁੰਦੇ ਹਨ। ਇਹ ਜਾਣਨ ਤੋਂ ਬਾਅਦ ਲੋਕਾਂ ਦੀ ਚਿੰਤਾ ਕਾਫੀ ਘੱਟ ਹੋ ਜਾਂਦੀ ਹੈ। ਸੱਚਾਈ ਤੇ ਇਹ ਹੈ ਕਿ ਤੁਹਾਡੇ ਜੀਵਨ 'ਚ ਕੋਈ ਨਕਾਰਾਤਮਕ ਚੀਜ਼ ਲਿਆਉਣ ਲਈ ਬਹੁਤੇ ਨਕਾਰਾਤਮਕ ਵਿਚਾਰ ਤੇ ਲਗਾਤਾਰ ਨਕਾਰਾਤਮਕ ਸੋਚ ਦੀ ਲੋੜ ਹੁੰਦੀ ਹੈ। ਬਹਰਹਾਲ, ਜੇਕਰ ਤੁਸੀਂ ਲੰਮੇ ਸਮੇਂ ਤੱਕ ਨਕਾਰਾਤਮਕ ਵਿਚਾਰ ਸੋਚਦੇ ਰਹੋਗੇ ਤਾਂ ਉਹ ਤੁਹਾਡੇ ਜੀਵਨ 'ਚ ਪ੍ਰਗਟ ਹੋ ਜਾਣਗੇ, ਤੇ ਜੇ ਤੁਸੀਂ ਨਕਾਰਾਤਮਕ ਵਿਚਾਰਾਂ ਬਾਰੇ ਚਿੰਤਾ ਕਰੋਗੇ ਤਾਂ ਤੁਸੀਂ ਆਪਣੇ ਨਕਾਰਾਤਮਕ ਵਿਚਾਰਾਂ ਬਾਰੇ ਹੋਰ ਜ਼ਿਆਦਾ ਚਿੰਤਾਵਾਂ ਨੂੰ ਆਕਰਸ਼ਿਤ ਕਰੋਗੇ, ਉਹਨਾਂ ਨੂੰ ਕਈ ਗੁਣਾ ਵਧਾ ਲਓਗੇ। ਇਸੇ ਵੇਲੇ ਫੈਸਲਾ ਕਰੋ ਕਿ ਤੁਸੀਂ ਸਿਰਫ ਚੰਗੇ ਵਿਚਾਰ ਹੀ ਸੋਚੋਗੇ। ਇਸੇ ਵਕਤ ਬ੍ਰਹਿਮੰਡ ਦੇ ਸਾਹਮਣੇ ਐਲਾਨ ਕਰੋ ਕਿ ਤੁਹਾਡੇ ਸਾਰੇ ਚੰਗੇ ਵਿਚਾਰ ਸ਼ਕਤੀਸ਼ਾਲੀ ਹਨ ਤੇ ਸਾਰੇ ਨਕਾਰਾਤਮਕ ਵਿਚਾਰ ਕਮਜ਼ੋਰ ਹਨ। ਲੀਸਾ ਨਿਕੋਲਸ ਅਨੁਸਾਰ ਰੱਬ ਦਾ ਸ਼ੁਕਰ ਹੈ ਕਿ ਵਿਚਾਰ ਆਉਣ ਤੇ ਉਹਨਾਂ ਦੇ ਸਾਕਾਰ ਹੋਣ ਵਿਚਕਾਰ ਫਾਸਲਾ ਹੁੰਦਾ ਹੈ ਤੇ ਸਮਾਂ ਲੱਗਦਾ ਹੈ। ਸ਼ੁਕਰ ਹੈ ਕਿ ਤੁਹਾਡੇ ਸਾਰੇ ਵਿਚਾਰ ਫੌਰਨ ਸੱਚ ਨਹੀਂ ਹੋ ਜਾਂਦੇ। ਜੇ ਇਸ ਤਰ੍ਹਾਂ ਹੁੰਦਾ ਤਾਂ ਅਸੀਂ ਬੜੀ ਮੁਸ਼ਕਿਲ 'ਚ ਪੈ ਜਾਂਦੇ। ਸਮਾਂ ਲੱਗਣ ਤੇ ਦੇਣ ਹੋਣ ਕਾਰਨ ਤੁਹਾਨੂੰ ਫਾਇਦਾ ਹੁੰਦਾ ਹੈ। ਇਸ ਨਾਲ ਤੁਹਾਨੂੰ ਦੁਬਾਰਾ ਸਮਝਣ, ਆਪਣੀ ਮਨਚਾਹੀ ਚੀਜ਼ ਬਾਰੇ ਸੋਚਣ ਤੇ ਇੱਕ ਨਵਾਂ ਵਿਕਲਪ ਚੁਣਨ ਦਾ ਮੌਕਾ ਮਿਲਦਾ ਹੈ। ਆਪਣੇ ਜੀਵਨ ਦਾ ਨਿਰਮਾਣ ਕਰਨ ਦੀ ਸਾਰੀ ਸ਼ਕਤੀ ਤੁਹਾਡੇ ਕੋਲ ਮੌਜੂਦ ਹੈ, ਕਿਉਂਕਿ ਇਸ ਵੇਲੇ ਤੁਸੀਂ ਇਹੀ ਸੋਚ ਰਹੇ ਹੋ। ਜੇ ਤੁਹਾਡੇ ਮਨ 'ਚ ਨਕਾਰਾਤਮਕ ਵਿਚਾਰ ਹੋਣ ਜਿਨ੍ਹਾਂ ਦੇ ਸਾਕਾਰ ਹੋਣ ਨਾਲ ਤੁਹਾਨੂੰ ਕੋਈ ਮੁਨਾਫਾ ਨਹੀਂ ਹੋਏਗਾ, ਤਾਂ ਤੁਸੀਂ ਇਸੇ ਵੇਲੇ ਆਪਣੇ ਵਿਚਾਰਾਂ ਨੂੰ ਬਦਲ ਸਕਦੇ ਹੋ। ਤੁਸੀਂ ਆਪਣੇ ਵਿਚਾਰਾਂ ਨੂੰ ਮਿਟਾ ਕੇ ਉਹਨਾਂ ਦੀ ਥਾਂ ਚੰਗੇ ਵਿਚਾਰਾਂ ਨੂੰ ਰੱਖ ਸਕਦੇ ਹੋ। ਸਮਾਂ ਮਿਲਣ ਤੇ ਤੁਹਾਨੂੰ ਫਾਇਦਾ ਹੁੰਦਾ ਹੈ ਕਿਉਂਕਿ ਤੁਸੀਂ ਇਸ ਦੌਰਾਨ ਨਵੇਂ ਵਿਚਾਰ ਸੋਚ ਸਕਦੇ ਹੋ ਤੇ ਨਵੀਂ ਫ੍ਰੀਕੁਐਂਸੀ ਪ੍ਰੇਸ਼ਿਤ ਕਰ ਸਕਦੇ ਹੋ। ਇਸੇ ਵਕਤ ਡਾਕਟਰ ਜੋ ਵਿਟਾਲ ਅਨੁਸਾਰ ਆਪਣੇ ਵਿਚਾਰਾਂ ਬਾਰੇ ਜਾਗਰੂਕ ਬਣੋ, ਆਪਣੇ ਵਿਚਾਰਾਂ ਨੂੰ ਸਾਵਧਾਨੀ ਨਾਲ ਚੁਣੋ ਤੇ ਇਸ ਪ੍ਰਕਿਰਿਆ ਦਾ ਆਨੰਦ ਮਾਣੋ, ਕਿਉਂਕਿ ਤੁਸੀਂ ਆਪਣੇ ਜੀਵਨ ਦੇ ਮਾਸਟਰਪੀਸ ਹੋ। ਤੁਸੀਂ ਆਪਣੇ ਜੀਵਨ ਦੇ ਮਾਈਕਲ ਐਂਜਲੋ ਹੋ। ਤੁਸੀਂ ਜਿਸ ਡੇਵਿਡ ਦੀ ਮੂਰਤੀ ਬਣਾ ਰਹੇ ਹੋ ਉਹ ਤੁਸੀਂ ਆਪ ਹੋ। ਆਪਣੇ ਮਸਤਿਸ਼ਕ ਦੇ ਜਿੱਤ ਪਾਉਣ ਦਾ ਇੱਕ ਤਰੀਕਾ ਆਪਣੇ ਦਿਮਾਗ ਨੂੰ ਸ਼ਾਂਤ ਰੱਖਣਾ ਸਿੱਖਣਾ ਹੈ। ਇਸ ਕਿਤਾਬ ਦਾ ਹਰ ਇੱਕ ਟੀਚਰ ਹਰ ਦਿਨ ਸਾਧਨਾ ਕਰਦਾ ਹੈ। ਜਦੋਂ ਤੱਕ ਮੈਂ ਰਹੱਸ ਨਹੀਂ ਖੋਜਿਆ ਸੀ ਉਦੋਂ ਤੱਕ ਮੈਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਸਾਧਨਾ 'ਚ ਕਿੰਨੀ ਸ਼ਕਤੀ ਹੁੰਦੀ ਹੈ। ਸਾਧਨਾ ਮਸਤਿਸ਼ਕ ਨੂੰ ਸ਼ਾਂਤ ਕਰ ਦਿੰਦੀ ਹੈ, ਵਿਚਾਰਾਂ ਨੂੰ ਕਾਬੂ ਕਰਨ 'ਚ ਮਦਦ ਕਰਦੀ ਹੈ, ਸਰੀਰ 'ਚ ਫੁਰਤੀ ਭਰ ਦਿੰਦੀ ਹੈ। ਚੰਗੀ ਖਬਰ ਇਹ ਹੈ ਕਿ ਤੁਹਾਨੂੰ ਘੰਟੇ ਬੱਧੀ ਸਾਧਨਾ ਕਰਨ ਦੀ ਲੋੜ ਨਹੀਂ ਹੈ। ਆਰੰਭ 'ਚ ਬਸ 3 ਤੋਂ 10 ਮਿੰਟ ਹੀ ਕਾਫੀ ਹਨ। ਇੰਨੇ ਨਾਲ ਹੀ ਤੁਹਾਨੂੰ ਵਿਚਾਰਾਂ 'ਤੇ ਕਾਬੂ ਕਰਨ ਦੀ ਨਾ ਭਰੋਸੇਯੋਗ ਸ਼ਕਤੀ ਮਿਲ ਸਕਦੀ ਹੈ। ਆਪਣੇ ਵਿਚਾਰਾਂ ਬਾਰੇ ਸੁਚੇਤ ਰਹਿਣ ਲਈ ਤੁਸੀਂ ਇਹ ਸੰਕਲਪ ਵੀ ਕਰ ਸਕਦੇ ਹੋ, ਮੈਂ ਆਪਣੇ ਵਿਚਾਰਾਂ ਦਾ ਮਾਲਕ ਹਾਂ। ਇਹਨੂੰ ਬਾਰ-ਬਾਰ ਦੁਹਰਾਓ, ਇਹਦੇ ਚਿੰਤਨ ਕਰੋ। ਜਦੋਂ ਤੁਸੀਂ ਇਸ ਸੰਕਲਪ ਨੂੰ ਬਾਰ-ਬਾਰ ਦੁਹਰਾਉਂਦੇ ਹੋ ਤਾਂ ਆਕਰਸ਼ਣ ਦੇ ਨਿਯਮ ਦੁਆਰਾ ਤੁਸੀਂ ਸੱਚਮੁੱਚ ਇੰਜ ਦੇ ਬਣ ਜਾਂਦੇ ਹੋ। ਤੁਹਾਨੂੰ ਹੁਣ ਉਹ ਗਿਆਨ ਮਿਲ ਰਿਹਾ ਜਿਸ ਨਾਲ ਤੁਸੀਂ ਆਪਣਾ ਸਭ ਤੋਂ ਵਧੀਆ ਸੰਸਕਰਣ ਬਣਾ ਸਕਦੇ ਹੋ। ਤੁਹਾਡੇ ਉਹ ਸਭ ਤੋਂ ਵਧੀਆ ਸੰਸਕਰਣ ਦੀ ਸੰਭਾਵਨਾ ਪਹਿਲਾਂ ਤੋਂ ਹੈ। ਤੁਹਾਡੇ ਸਭ ਤੋਂ ਸ਼ਾਨਦਾਰ ਸੰਸਕਰਣ ਦੀ ਫ੍ਰੀਕੁਐਂਸੀ ਤੇ ਮੌਜੂਦ ਹੈ। ਨਿਰਣਾ ਕਰੋ ਤੁਸੀਂ ਕੀ ਬਣਨਾ, ਕਰਨਾ ਜਾਂ ਪਾਣਾ ਚਾਹੁੰਦੇ ਹੋ। ਇਹਦੇ ਵਿਚਾਰ ਸੋਚੋ ਤੇ ਫ੍ਰੀਕੁਐਂਸੀ ਭੇਜੋ, ਤੁਹਾਡਾ ਸੁਪਨਾ ਸਾਕਾਰ ਹੋ ਜਾਏਗਾ। ਤੇ ਸੰਖੇਪ ਵਿੱਚ ਜੇ ਆਪਾਂ ਕਹੀਏ ਤੇ ਪਹਿਲਾ ਹੈ ਆਕਰਸ਼ਣ ਦਾ ਨਿਯਮ ਜੀਵਨ ਦਾ ਮਹਾਨ ਰਹੱਸ ਹੈ। ਦੂਸਰਾ, ਆਕਰਸ਼ਣ ਦਾ ਨਿਯਮ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ। ਇਸ ਲਈ ਜਦੋਂ ਤੁਸੀਂ ਇੱਕ ਵਿਚਾਰ ਸੋਚਦੇ ਹੋ ਤਾਂ ਤੁਸੀਂ ਉਸੇ ਵਰਗੇ ਹੋਰ ਵਿਚਾਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੋ। ਤੀਸਰਾ, ਵਿਚਾਰ ਚੁੰਬਕੀ ਹਨ ਤੇ ਹਰ ਵਿਚਾਰ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ। ਜਦੋਂ ਤੁਹਾਡੇ ਮਨ 'ਚ ਵਿਚਾਰ ਆਉਂਦੇ ਹਨ ਤਾਂ ਉਹ ਬ੍ਰਹਿਮੰਡ 'ਚ ਪਹੁੰਚਦੇ ਹਨ
ਤੇ ਚੁੰਬਕ ਵਾਂਗ ਉਸੇ ਫ੍ਰੀਕੁਐਂਸੀ ਸਰੋਤ ਤੱਕ ਯਾਨੀ ਤੁਹਾਡੇ ਤੱਕ ਵਾਪਸ ਆਉਂਦੀ ਹੈ। ਚੌਥਾ, ਤੁਸੀਂ ਮਾਨਵੀ ਟਰਾਂਸਮਿਸ਼ਨ ਟਾਵਰ ਵਾਂਗ ਹੋ, ਆਪਣੇ ਵਿਚਾਰਾਂ ਨਾਲ ਫ੍ਰੀਕੁਐਂਸੀ ਪ੍ਰਸਾਰਿਤ ਕਰ ਰਹੇ ਹੋ। ਜੇ ਤੁਸੀਂ ਆਪਣੀ ਜ਼ਿੰਦਗੀ 'ਚ ਕੋਈ ਚੀਜ਼ ਬਦਲਣਾ ਚਾਹੁੰਦੇ ਹੋ ਤਾਂ ਆਪਣੇ ਵਿਚਾਰ ਬਦਲ ਕੇ ਫ੍ਰੀਕੁਐਂਸੀ ਬਦਲ ਦਿਓ। ਪੰਜਵਾਂ, ਤੁਹਾਡੇ ਵਰਤਮਾਨ ਵਿਚਾਰ ਤੁਹਾਡੇ ਭਾਵੀ ਜੀਵਨ ਦਾ ਨਿਰਮਾਣ ਕਰ ਰਹੇ ਹਨ। ਤੁਸੀਂ ਜਿਸ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ ਜਾਂ ਜਿਸ ਤੇ ਸਭ ਤੋਂ ਜ਼ਿਆਦਾ ਧਿਆਨ ਕੇਂਦਰਿਤ ਕਰਦੇ ਹੋ ਤੁਹਾਡੀ ਜ਼ਿੰਦਗੀ 'ਚ ਪ੍ਰਗਟ ਹੋ ਜਾਏਗਾ। ਛੇਵਾਂ, ਤੁਹਾਡੇ ਵਿਚਾਰ ਵਸਤੂ ਬਣ ਜਾਂਦੇ ਹਨ। ਧੰਨਵਾਦ।